ਪਿਆਰੇ ਬੱਚਿਓ, ਮੈਂ ਸ਼ਹਿਨਾਜ਼ ਸਿੱਧੂ ਸਰਕਾਰੀ ਹਾਈ ਸਕੂਲ ਗਿੱਦੜ ਜ਼ਿਲ੍ਹਾ ਬਠਿੰਡਾ ਤੋਂ। ਆਪਾਂ ਪਹਿਲਾਂ ਵੀ ਆਪਣੇ ਪਾਠਕ੍ਰਮ ਵਿੱਚ ਸ਼ਾਮਿਲ ਨਾਵਲ ਇੱਕ ਹੋਰ ਨਵਾਂ ਸਾਲ ਬਾਰੇ ਗੱਲ ਕਰ ਚੁੱਕੇ ਹਾਂ। ਅੱਜ ਅਸੀਂ ਇਸ ਦੇ ਤੀਸਰੇ ਕਾਂਡ ਸ਼ਾਮ ਭਾਗ ਬਾਰੇ ਗੱਲ ਕਰਾਂਗੇ। ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਨਾਵਲ ਨਿਰੰਜਨ ਤਸਨੀਮ ਦਾ ਲਿਖਿਆ ਹੋਇਆ ਹੈ, ਜਿਸ ਦੇ 3 ਭਾਗ ਹੈ: ਸਵੇਰ, ਦੁਪਹਿਰ ਤੇ ਸ਼ਾਮ। ਇਹਦਾ ਮੁੱਖ ਪਾਤਰ ਬੰਤਾ ਹੈ। ਤਾਰੋ ਬੰਤੇ ਦੀ ਪਤਨੀ ਹੈ। ਫੁੰਮਣ ਉਹਦਾ ਬੇਟਾ ਹੈ। 2 ਬੇਟੀਆਂ ਨੇ। ਬੰਤਾ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਇਹ ਸਾਰਾ ਨਾਵਲ ਹੈ ਜਿਹੜਾ ਉਹ ਇੱਕ ਦਿਨ ਦੇ ਵਿੱਚ ਹੀ ਆਪਣੀਆਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਚੱਲਦਾ ਹੈ। ਭਾਵ ਸਾਰੀਆਂ ਘਟਨਾਵਾਂ ਇੱਕ ਦਿਨ ਦੇ ਵਿੱਚ ਹੀ ਵਾਪਰਦੀਆਂ। ਇਹ ਦਿਨ ਹੈ ਜਿਹੜਾ ਉਹ ਸਾਲ ਦਾ, ਨਵੇਂ ਸਾਲ ਦਾ ਪਹਿਲਾ ਦਿਨ ਹੈ। ਤਾਂ ਬੰਤੇ ਦੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਇਹ ਦਿਨ ਉਹਦਾ ਬਹੁਤ ਵਧੀਆ ਨਿਕਲੇ, ਤਾਂ ਜੋ ਉਸ ਤੋਂ ਬਾਅਦ ਸਾਰਾ ਸਾਲ ਹੈ ਜਿਹੜਾ ਉਸਨੂੰ ਚੰਗੀ ਕਮਾਈ ਹੁੰਦੀ ਰਹੇ। ਉਹ ਚੰਗੀ ਮਿਹਨਤ ਕਰਦਾ। ਪਹਿਲੇ ਭਾਗ ਦੇ ਵਿੱਚ ਉਹ ਸਾਰਾ ਦਿਨ ਦੁਪਹਿਰ ਤੱਕ ਸਵਾਰੀਆਂ ਢੋਂਦਾ, ਤਾਂ ਆਪਣੇ ਆਪ ਨਾਲ ਰਿਕਸ਼ਾ ਚਲਾਉਂਦੇ ਹੋਏ ਗੱਲਾਂ ਕਰਦਾ ਰਹਿੰਦਾ ਹੈ, ਆਪਣੀ ਜ਼ਿੰਦਗੀ ਬਾਰੇ ਸੋਚਦਾ ਹੈ, ਵਿੱਚ ਸਵਾਰੀਆਂ ਦੀਆਂ ਗੱਲਾਂ ਸੁਣਦਾ ਰਹਿੰਦਾ ਹੈ। ਦੁਪਹਿਰ ਭਾਗ ਦੇ ਵਿੱਚ ਉਹ ਆਪਣੇ ਘਰ ਚਲਾ ਜਾਂਦਾ ਹੈ। ਘਰ ਵੀ ਉਹ ਰੋਟੀ ਖਾਣ ਤੋਂ ਬਾਅਦ ਥੋੜ੍ਹੀ ਦੇਰ ਆਰਾਮ ਕਰਨ ਲਈ ਪੈ ਜਾਂਦਾ ਹੈ। ਤਾਂ ਪਏ ਹੋਏ ਵੀ ਉਹ ਆਪਣੀ ਸਾਰੀ ਲੰਘੀ ਹੋਈ ਜ਼ਿੰਦਗੀ ਬਾਰੇ, ਤਾਂ ਆਸੇ-ਪਾਸੇ ਦੇ ਹਾਲਾਤਾਂ ਬਾਰੇ, ਆਪਣੇ ਘਰ ਦੀ ਆਰਥਿਕ ਸਥਿਤੀ ਬਾਰੇ ਸੋਚਦਾ ਰਹਿੰਦਾ ਹੈ। ਤਾਂ ਹੁਣ ਇਸ ਸ਼ਾਮ ਭਾਗ ਦੇ ਵਿੱਚ ਉਹ ਦੁਪਹਿਰੇ ਥੋੜ੍ਹੀ ਦੇਰ ਆਰਾਮ ਕਰਨ ਤੋਂ ਬਾਅਦ ਲਗਭਗ 4 ਵਜੇ ਫਿਰ ਆਪਣਾ ਰਿਕਸ਼ਾ ਲੈ ਕੇ ਕੰਮ ਦੇ ਲਈ ਨਿਕਲ ਆਉਂਦਾ। ਇਸ ਭਾਗ ਦੇ ਵਿੱਚ ਜਿਹੜੇ ਅਭਿਆਸ ਦੇ ਛੋਟੇ ਪ੍ਰਸ਼ਨ ਹੈ ਉਹ ਮੈਂ ਨਾਲ ਹੀ ਤੁਹਾਨੂੰ ਦੱਸਦੀ ਜਾਊਂਗੀ। ਜਿਹੜੇ ਪ੍ਰਸੰਗ ਨੇ ਵਿਆਖਿਆ ਲਈ, ਉਹ ਪ੍ਰਸੰਗ ਵੀ ਅਸੀਂ ਨਾਲ ਹੀ ਇਸ ਕਾਂਡ ਦੇ ਵਿੱਚ ਬੋਲਦੇ ਜਾਵਾਂਗੇ, ਸਮਝਦੇ ਜਾਵਾਂਗੇ। ਤਾਂ ਅਭਿਆਸ ਤੁਸੀਂ ਆਪਣੇ ਆਪ ਹੀ ਹੱਲ ਕਰ ਸਕਣਾ ਬਾਅਦ ਦੇ ਵਿੱਚ। ਤਾਂ ਆਓ ਇਸ ਦੀ ਕਹਾਣੀ ਸੁਣਦੇ ਹਾਂ। ਬੰਤਾ ਰਿਕਸ਼ਾ ਚਲਾਉਣ ਦਾ ਤੁਰਿਆ ਜਾਂਦਾ ਹੈ। ਸੋਚਦਾ ਹੈ ਉਹ ਕਿ ਰਿਕਸ਼ਾ ਮੈਂ ਕਿਹੜੇ ਪਾਸੇ ਲੈ ਕੇ ਜਾਵਾਂ। ਤਾਂ ਉਹ ਪੁਤਲੀ ਘਰ ਵੱਲ ਰਿਕਸ਼ਾ ਲੈ ਕੇ ਤੁਰ ਪੈਂਦਾ ਹੈ। ਉਹਦੇ ਖਿਆਲਾਂ ਦੇ ਵਿੱਚ ਹਜੇ ਵੀ ਉਸਦੀ ਪਤਨੀ ਹੈ ਜਿਹੜੀ ਉਹ ਸਮਾਈ ਹੋਈ ਹੈ। ਉਹ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਸੋਚਦਾ ਹੈ, ਤਾਰੋ ਬਾਰੇ ਸੋਚਦਾ ਹੈ ਕਿ ਤਾਰੋ ਹੈ ਜਿਹੜੀ ਉਸਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਆ ਗਿਆ। ਜਦੋਂ ਤਾਰੋ ਵਿਆਹੀ ਆਈ ਸੀ ਉਦੋਂ ਬਹੁਤ ਸੋਹਣੀ ਸੀ। ਕਹਿੰਦਾ ਉਹ ਸੋਚਦਾ ਹੈ ਵੀ ਉਦੋਂ ਮੈਨੂੰ ਦੇਖ ਕੇ ਤਾਰੋ ਨੂੰ ਇਉਂ ਲੱਗਦਾ ਸੀ ਕਿ ਮੇਰੀ ਕਿਸਮਤ ਇੰਨੀ ਚੰਗੀ ਤਾਂ ਨਹੀਂ ਹੋ ਸਕਦੀ। ਪਰ ਹੌਲੀ-ਹੌਲੀ ਉਹਦੀ ਘਰ ਦੇ ਆਰਥਿਕ ਹਾਲਤ ਹੈ ਜਿਹੜੀ ਉਸਨੇ ਤਾਰੋ ਨੂੰ ਉਦਾਸ ਕਰਤਾ। ਤਾਰੋ ਹੈ ਜਿਹੜੀ ਉਹ ਹੁਣ ਖੁਸ਼ ਨਹੀਂ ਸੀ ਰਹਿੰਦੀ। ਉਦਾਸੀ ਦੇ ਕਾਰਨ ਉਹ ਆਪਣੀ ਉਮਰ ਤੋਂ ਬਹੁਤ ਜ਼ਿਆਦਾ ਵੱਡੀ ਲੱਗਦੀ ਸੀ। ਹੁਣ ਉਹ ਕਦੇ ਮੁਸਕਰਾਉਂਦੀ ਵੀ ਨਹੀਂ ਸੀ। ਤਾਂ ਉਹ ਸੋਚਦਾ ਰਿਕਸ਼ਾ ਚਲਾਉਂਦਾ ਜਾਂਦਾ ਹੈ। ਤਾਂ ਅੱਗੇ ਉਹਨੂੰ ਉਹਦਾ ਦੋਸਤ ਮਿਲ ਜਾਂਦਾ ਦਿਆਲਾ। ਉਹ ਬਹੁਤ ਖੁਸ਼ ਹੈ। ਦੋਨੇ ਆਪਸ 'ਚ ਗੱਲਾਂ ਕਰਦੇ ਹੈ। ਤਾਂ ਦਿਆਲਾ ਦੱਸਦਾ ਹੈ ਕਿ ਉਹ ਇੱਕ ਸਵਾਰੀ ਛੱਡਣ ਆਇਆ ਸੀ। ਉਹ ਸਵਾਰੀ ਬਾਰੇ ਗੱਲ ਕਰਦੇ ਹੈ ਕਿ ਇੱਕ ਪ੍ਰੋਫੈਸਰ ਕੁੜੀ ਹੈ, ਉਹਦੀ ਬਹੁਤ ਜ਼ਿਆਦਾ ਟੌਰ ਹੈ। ਤਾਂ ਦੋਨੇ ਗੱਲ ਕਰਦੇ ਆ ਵੀ ਟੌਰ ਵੀ ਕਿਉਂ ਨਾ ਹੋਵੇ, ਅਗਲੀ ਆਪਦਾ ਕਮਾਉਂਦੀ ਹੈ, ਖਾਂਦੀ ਹੈ। ਫਿਰ ਉਹ ਆਪਣੀ ਕਮਾਈ ਬਾਰੇ ਗੱਲਾਂ ਕਰਨ ਲੱਗ ਜਾਂਦੇ ਆ। ਤਾਂ ਦਿਆਲਾ ਬੰਤੇ ਨੂੰ ਕਹਿੰਦਾ ਹੈ ਰੋਣਾ ਤਾਂ ਇਹ ਹੈ ਕਿ ਫਿਰ ਵੀ ਪੂਰੀ ਨਹੀਂ ਪੈਂਦੀ। ਹੱਡ ਟੁੱਟ ਜਾਂਦੇ ਆ ਰਾਤ ਤੀਕ, ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ। ਪਰ ਉਹ ਆਪਣੀ ਮਿਹਨਤ ਹੈ ਜਿਹੜੀ ਉਹ ਦੇਖਦੇ ਆ ਕਿ ਮਿਹਨਤ ਅਸੀਂ ਇੰਨੀ ਜ਼ਿਆਦਾ ਕਰਦੇ ਹਾਂ ਪਰ ਸਾਡੀ ਕਮਾਈ ਦੇ ਨਾਲ ਬਣਦਾ ਕੁਝ ਨਹੀਂ। ਤਾਂ ਗੱਲਾਂ ਕਰਦੇ ਫਿਰ ਉਹ ਆਪੋ ਆਪਣੀਆਂ ਸਵਾਰੀਆਂ ਚੱਕਣ ਲਈ ਅਗਾਂਹ ਤੁਰ ਜਾਂਦੇ ਆ। ਬੰਤਾ ਸਟੇਸ਼ਨ ਵੱਲ ਜਾਂਦਾ ਹੈ। ਉੱਥੇ ਉਹਨੂੰ ਇੱਕ ਸਵਾਰੀ ਮਿਲ ਜਾਂਦੀ ਹੈ ਜਿਹੜਾ ਵੱਡੀ ਉਮਰ ਦਾ ਵਿਅਕਤੀ ਹੈ। ਉਹਨੇ ਅੱਖਾਂ ਦੇ ਹਸਪਤਾਲ ਜਾਣਾ ਹੁੰਦਾ।
ਉੱਥੇ ਉਹਨੇ ਆਪਣੀ ਪਤਨੀ ਦੀਆਂ ਅੱਖਾਂ ਬਣਵਾਈਆਂ ਹੁੰਦੀਆਂ। ਤਾਂ ਉਹ ਬੰਤੇ ਨਾਲ ਗੱਲਾਂ ਕਰਨ ਲੱਗ ਜਾਂਦਾ ਤੇ ਦੱਸਦਾ ਕਿ ਡਾਕਟਰ ਬਹੁਤ ਵਧੀਆ ਉੱਥੇ, ਪਰ ਉਹ ਕਹਿੰਦਾ ਉਤਲਿਆਂ ਦੀ ਮੁੱਠੀ ਗਰਮ ਕੀਤੇ ਬਿਨਾਂ ਕੰਮ ਨਹੀਂ ਚੱਲਦਾ, ਕਿਉਂਕਿ ਉਹ ਕੋਈ ਗੱਲ ਹੀ ਨਹੀਂ ਸੁਣਦੇ। ਤੇ ਨਾਲ ਹੀ ਦੱਸਦਾ ਸਾਨੂੰ ਪਿੰਡਾਂ ਵਾਲਿਆਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ, ਇੱਕ ਤਾਂ ਮੁੱਛਦੇ ਆ ਸਾਡੇ ਵਰਗਿਆਂ ਨੂੰ, ਦੂਜਾ ਟੀਚਰਾਂ ਕਰਦੇ ਆ। ਤੇ ਨਾਲ ਹੀ ਉਹ ਦੱਸਦਾ ਜੇ ਕੋਈ ਸ਼ਹਿਰੀ ਆ ਜਾਵੇ ਤਾਂ ਉਹਨੂੰ ਜੀਜੀ ਕਰਕੇ ਬੁਲਾਉਂਦੇ ਆ ਤੇ ਸਾਨੂੰ ਪਰਾਂ ਬਿਠਾ ਦਿੰਦੇ ਆ ਬੈਂਚ ਤੇ। ਤਾਂ ਬੰਤਾ ਹੈ ਜਿਹੜਾ ਉਹਦੀਆਂ ਗੱਲਾਂ ਸੁਣਦਾ ਜਾਂਦਾ, ਸੋਚਦਾ ਹੈ ਕਈ ਸਵਾਰੀਆਂ ਤਾਂ ਬਹੁਤ ਬੋਲਦੀਆਂ, ਕਈ ਸਵਾਰੀਆਂ ਚੁੱਪ ਕਰਕੇ ਬੈਠੀਆਂ ਰਹਿੰਦੀਆਂ। ਤਾਂ ਉਹ ਕਹਿੰਦਾ ਕਿ ਜਿਹੜੀਆਂ ਨਹੀਂ ਬੋਲਣਾ ਚਾਹੁੰਦੀਆਂ ਮੈਂ ਵੀ ਉਹਨਾਂ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਕਰਦਾ, ਜਿਹੜੀਆਂ ਬੋਲਦੀਆਂ ਨੇ ਉਹਨਾਂ ਨਾਲ ਚੰਗਾ ਜੀ ਲੱਗਿਆ ਰਹਿੰਦਾ। ਤਾਂ ਬੰਤਾ ਹੈ ਜਿਹੜਾ ਅਗਾਂਹ ਉਹਨੂੰ ਇੱਕ ਹੋਰ ਸਵਾਰੀ ਮਿਲ ਜਾਂਦੀ ਹੈ। ਇਹ ਇੱਕ ਵੱਡੀ ਉਮਰ ਦਾ ਆਦਮੀ ਹੈ, ਪਰ ਉਹਦੇ ਨਾਲ ਇੱਕ ਜਨਾਨੀ ਹੈ ਜਿਹੜੀ ਬਹੁਤ ਛੋਟੀ ਉਮਰ ਦੀ ਹੈ। ਉਹ ਦੋਨੇ ਬੈਠੇ ਉਹਦੇ ਰਿਕਸ਼ੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ। ਉਹਨਾਂ ਦੀਆਂ ਗੱਲਾਂ ਤੋਂ ਬੰਤੇ ਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਨਾਲ ਔਰਤ ਹੈ ਉਸਦੀ ਦੂਸਰੀ ਪਤਨੀ ਹੈ, ਤੇ ਉਹ ਆਦਮੀ ਦੇ ਬੱਚੇ ਆ ਜਿਹੜੇ ਉਹ ਉਮਰ ਦੇ ਵਿੱਚ ਬਹੁਤ ਵੱਡੇ ਆ, ਉਹਦੀ ਲਗਭਗ ਇਸ ਪਤਨੀ ਦੀ ਉਮਰ ਦੇ ਹੈ, ਜਿਸ ਦੇ ਕਰਕੇ ਉਹ ਪਤਨੀ ਹੈ ਜਿਹੜੀ ਇਸ ਤਰ੍ਹਾਂ ਦੇ ਹਾਲਾਤਾਂ ਕਰਕੇ ਬਹੁਤੀ ਖੁਸ਼ ਨਹੀਂ, ਥੋੜੀ ਉਦਾਸ ਹੈ। ਤਾਂ ਉਹ ਆਦਮੀ ਹੈ ਜਿਹੜਾ ਉਹ ਆਪਣੀ ਪਤਨੀ ਨੂੰ ਕਹਿੰਦਾ ਇਹੋ ਤਾਂ ਦਿਨ ਨੇ ਤੇਰੇ ਪਾਣ ਹੰਡਾਉਣ ਦੇ, ਚੰਗਾ ਪਾਇਆ ਕਰ, ਚੰਗਾ ਹੰਡਾਇਆ ਕਰ। ਪਰ ਉਹ ਦੱਸਦੀ ਹੈ ਕਿ ਉਹਦਾ ਬਹੁਤਾ ਮਨ ਨਹੀਂ ਕਰਦਾ ਬਹੁਤ ਜ਼ਿਆਦਾ ਕੱਪੜੇ ਗਹਿਣੇ ਪਾਉਣ ਨੂੰ। ਨਾਲ ਹੀ ਉਹ ਬੱਚਿਆਂ ਬਾਰੇ ਗੱਲਾਂ ਕਰਦੀ ਹੈ ਕਿ ਬੱਚੇ ਏਡੇ ਵੱਡੇ ਹੈ, ਜਦੋਂ ਉਹ ਮੈਨੂੰ ਮਾਂ ਕਹਿੰਦੇ ਹੈ ਤਾਂ ਮੈਨੂੰ ਬਹੁਤ ਹੀ ਅਜੀਬ ਲੱਗਦਾ। ਤਾਂ ਉਹ ਆਦਮੀ ਹੈ ਜਿਹੜਾ ਉਹਨੂੰ ਸਮਝਾਉਂਦਾ ਹੋਇਆ ਕਹਿੰਦਾ ਕਿ ਹੋਰ ਉਹ ਤੈਨੂੰ ਕੀ ਕਹਿ ਸਕਦੇ। ਨਾਲ ਹੀ ਕਹਿੰਦਾ ਖੇਡਿਆ ਮੱਲਿਆ ਕਰਨਾ ਬੱਚਿਆਂ ਨਾਲ, ਤੂੰ ਤਾਂ ਉਹਨਾਂ ਨੂੰ ਬੁਲਾਉਂਦੀ ਹੀ ਨਹੀਂ। ਤਾਂ ਇਸ ਤਰ੍ਹਾਂ ਇਹਨਾਂ ਦੀਆਂ ਗੱਲਾਂ ਸੁਣ ਕੇ ਬੰਤੇ ਦਾ ਮਨ ਹੈ ਜਿਹੜਾ ਉਹ ਥੋੜਾ ਖਰਾਬ ਹੋ ਜਾਂਦਾ। ਇਹ ਦੋਨੇ ਸਵਾਰੀਆਂ ਮੰਦਿਰ ਦੇ ਅੱਗੇ ਉਤਰਦੀਆਂ ਤਾਂ ਉਹ ਦੇਖਦਾ ਹੈ ਕਿ ਮੰਦਿਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਮੂਰਤੀ ਹੈ, ਉਹਦੇ ਹੱਥ ਦੇ ਵਿੱਚ ਬਾਂਸਰੀ ਹੈ, ਬਾਂਸਰੀ ਸੋਨੇ ਦੀ ਹੈ। ਤਾਂ ਉਹਨੂੰ ਯਾਦ ਆਉਂਦਾ ਹੈ ਕਿ ਪਿੱਛੇ ਜੇ ਇਹ ਗੱਲ ਹੋਈ ਸੀ ਕਿ ਇਹ ਕਿਸੇ ਨੇ ਬਾਂਸਰੀ ਹੈ ਜਿਹੜੀ ਉਹ ਚੋਰੀ ਕਰ ਲਈ ਸੀ। ਉਹਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਰੱਬ ਦੇ ਘਰੋਂ ਵੀ ਲੋਕ ਚੋਰੀ ਕਰ ਲੈਂਦੇ ਆ। ਨਾਲ ਹੀ ਉਹ ਦੇਖਦਾ ਹੈ ਕਿ ਕਿੰਨੇ ਸ਼ਰਧਾਲੂ ਹੈ ਜਿਹੜੇ ਉਹ ਇੱਥੇ ਆਉਂਦੇ ਆ, ਤਾਂ ਹੁਣ ਇਹ ਬਾਂਸਰੀ ਫਿਰ ਕਿਵੇਂ ਆ ਗਈ। ਉਹ ਸੋਚਦਾ ਇੰਨੇ ਸ਼ਰਧਾਲੂ ਨੇ, ਕਿਸੇ ਨੇ ਦਾਨ ਕਰਤੀ ਹੋਊਗੀ, ਲੋਕਾਂ ਦੀਆਂ ਬਹੁਤ ਸਾਰੀਆਂ ਇੱਥੇ ਇੱਛਾਵਾਂ ਪੂਰੀਆਂ ਹੁੰਦੀਆਂ ਹੋਣਗੀਆਂ। ਤਾਂ ਬੰਤੇ ਦੇ ਮਨ 'ਚ ਆਉਂਦਾ ਕਿ ਸ਼ਰਧਾ ਤਾਂ ਮੇਰੇ ਮਨ 'ਚ ਵੀ ਬਹੁਤ ਹੈ, ਪਰ ਕੀ ਕਰੀਏ, ਰੋਟੀ ਦਾ ਮਸਲਾ ਹੈ ਜਿਹੜਾ ਉਹ ਇੱਥੇ ਕੋਈ ਸੇਵਾ ਕਰਨ ਨਹੀਂ ਦਿੰਦਾ। ਫਿਰ ਉਹ ਸੋਚਦਾ ਹੈ ਕਿ ਰੱਬ ਦੇ ਘਰ ਸਾਰੇ ਹੀ ਕੁਛ ਨਾ ਕੁਛ ਮੰਗਦੇ ਆ, ਮੈਂ ਵੀ ਮੰਗ ਲਾਂ। ਪਰ ਨਾਲ ਹੀ ਉਹ ਸੋਚਦਾ ਹੈ ਕਿ ਜਿਸ ਨੂੰ ਸਾਰਾ ਕੁਛ ਹੀ ਪਤਾ ਹੈ, ਜਿਹਨੇ ਸਾਰੀ ਦੁਨੀਆ ਬਣਾਈ ਹੈ, ਉਹਦੇ ਤੋਂ ਕੀ ਮੰਗਣਾ, ਉਹਨੇ ਆਪਣੇ ਆਪ ਹੀ ਦੇ ਦੇਣਾ। ਤਾਂ ਰਿਕਸ਼ਾ ਚਲਾਉਂਦਾ ਹੋਇਆ ਉਹ ਅਗਾਂਹ ਲੰਘ ਜਾਂਦਾ। ਅੱਗੇ ਉਹਨੂੰ ਦੋ ਜਣੇ ਮਿਲਦੇ ਆ, ਉਹਨਾਂ ਨੇ ਰਾਮਬਾਗ ਗੇਟ ਜਾਣਾ ਹੁੰਦਾ। ਜਦੋਂ ਰਿਕਸ਼ੇ 'ਚ ਬੈਠਦੇ ਆ ਤਾਂ ਪਹਿਲਾਂ ਬੰਤੇ ਨੂੰ ਕਹਿੰਦੇ ਆ ਕਿ ਪਹਿਲਾਂ ਸ਼ਰਾਬ ਦੇ ਠੇਕੇ ਲੈ ਕੇ ਚੱਲ। ਤਾਂ ਉਹ ਉੱਥੇ ਜਾ ਕੇ ਸ਼ਰਾਬ ਲੈਂਦੇ ਆ। ਉਹਨਾਂ ਨੂੰ ਦੇਖ ਕੇ ਹੀ ਬੰਤੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਧਰਲੇ ਪਿੰਡੋਂ ਆਏ ਆ। ਨਾਲ ਹੀ ਉਹਨੂੰ ਪਤਾ ਹੁੰਦਾ ਹੈ ਕਿ ਇਹ ਚੰਗੇ ਵਿਅਕਤੀ ਨਹੀਂ, ਇਹ ਭੈੜੇ ਕੰਮ ਕਰਨ ਵਾਲੇ ਆ। ਪੈਸੇ ਇਹਨਾਂ ਕੋਲ ਬਹੁਤ ਹੁੰਦੇ ਆ, ਕਦੇ ਕਦੇ ਆਉਂਦੇ ਆ ਇਹ ਇੱਧਰ, ਤਾਂ ਆਪਦਾ ਕੰਮ ਕਾਰ ਕਰਕੇ ਛੇਤੀ ਚਲੇ ਜਾਂਦੇ ਆ। ਨਾਲ ਹੀ ਬੰਤਾ ਸੋਚਦਾ ਕਿ ਇਹਨਾਂ ਕੋਲ ਕਿੰਨੇ ਪੈਸੇ ਆ, ਇੰਨੇ ਪੈਸੇ ਮੇਰੇ ਕੋਲ ਵੀ ਹੋ ਸਕਦੇ ਆ। ਪਰ ਫਿਰ ਉਹ ਇਹਨਾਂ ਦੀ ਜ਼ਿੰਦਗੀ ਬਾਰੇ ਸੋਚਦਾ ਕਿ ਇਹਨਾਂ ਦੀ ਜ਼ਿੰਦਗੀ ਕੀ ਹੈ, ਨਿਰੀ ਕਾਲਖ ਹੀ ਹੈ। ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਗਰੀਬੀ ਚੰਗੀ ਹੈ। ਉਹਨਾਂ ਬੰਦਿਆਂ ਕੋਲ ਹਥਿਆਰ ਵੀ ਹੁੰਦੇ ਆ। ਉਹਨਾਂ ਦੀ ਆਪਸੀ ਗੱਲਬਾਤ ਤੋਂ ਹੀ ਬੰਤਾ ਹੈ ਜਿਹੜਾ ਇਹਨਾਂ ਸਾਰੀਆਂ ਗੱਲਾਂ ਦਾ ਅੰਦਾਜ਼ਾ ਲਾ ਲੈਂਦਾ।
ਉਹ ਰਿਕਸ਼ੇ 'ਚ ਉਤਰ ਕੇ ਬੰਤੇ ਨੂੰ 2 ਦਾ ਨੋਟ ਦੇ ਕੇ ਚਲੇ ਜਾਂਦੇ ਆ। ਬੰਤਾ ਹੈ ਜਿਹੜਾ, ਉਹਨੂੰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹੋਣ ਕਰਕੇ ਉਹਨੂੰ ਪਤਾ ਹੁੰਦਾ ਕਿ ਇਹ ਆਮ ਤੌਰ 'ਤੇ ਇਦਾਂ ਹੀ ਕਰਦੇ ਆ, ਪੈਸੇ ਦੀ ਬਹੁਤੀ ਪਰਵਾਹ ਨਹੀਂ ਕਰਦੇ, ਕਿਉਂਕਿ ਇਹ ਸਵਾਰੀਆਂ ਉਹਨੂੰ ਉਹਦੇ ਬਣਦੇ ਕਿਰਾਏ ਨਾਲੋਂ ਵੱਧ ਦੇ ਕੇ ਗਈਆਂ। ਉਹਨਾਂ ਦਾ ਪਹਿਰਾਵਾ ਵੀ ਆਮ ਨਾਲੋਂ ਥੋੜਾ ਜਿਹਾ ਵੱਖਰਾ ਹੁੰਦਾ ਹੈ। ਇੱਕ ਦੇ ਸਿਰ ਤੇ ਢਿੱਲੀ ਜਿਹੀ ਪੱਗ ਹੁੰਦੀ ਹੈ, ਦੂਸਰੇ ਦੇ ਲੰਬੇ ਲੰਬੇ ਕੇਸ ਹੁੰਦੇ ਆ। ਉਹਦੀ ਪੱਗ ਦੇਖ ਕੇ ਬੰਤਾ ਹੈ ਜਿਹੜਾ ਫਿਰ ਆਪਣੇ ਬਚਪਨ ਵੱਲ ਚਲਾ ਜਾਂਦਾ। ਤਾਂ ਉਹ ਸੋਚਦਾ ਹੈ ਕਿ ਮੈਂ ਵੀ ਇੱਕ ਵਾਰ ਕੇਸ ਰੱਖੇ ਸੀ, ਪਰ ਮੇਰੇ ਬਹੁਤ ਜੂਆਂ ਪੈ ਗਈਆਂ ਸੀ। ਮੈਂ ਨਾਨਕੇ ਗਿਆ ਤੇ ਵੱਡੇ ਮਾਮੇ ਨੇ ਪਹਿਲਾਂ ਆਪੇ ਹੀ ਮੇਰੇ ਕੇਸ ਕੱਟ ਤੇ ਫਿਰ ਮੈਨੂੰ ਨਾਈ ਕੋਲ ਲੈ ਗਿਆ ਤੇ ਮੈਨੂੰ ਬਿਲਕੁਲ ਹੀ ਮੇਰੇ ਕੇਸ ਹੈ ਜਿਹੜੇ ਉਹ ਕਟਵਾ ਤੇ। ਪਰ ਉਹ ਕਹਿੰਦਾ ਮੈਂ ਪੱਗ ਬੰਨਣੀ ਨਹੀਂ ਛੱਡੀ, ਹੁਣ ਵੀ ਪੱਗ ਬੰਨ੍ਹਦਾ। ਤਾਰੋ ਕਹਿੰਦੀ ਹੈ ਕਿ ਫੁੰਮਣ ਦੇ ਵੀ ਮੈਂ ਕੇਸ ਰੱਖਣੇ ਆ। ਤੇ ਮੈਂ ਉਹਨੂੰ ਕਿਹਾ ਕਿ ਬੇਸ਼ੱਕ ਰੱਖ ਲਾ, ਪਰ ਸਫਾਈ ਰੱਖਿਆ ਕਰਨੀ ਹੈ। ਫਿਰ ਉਹ ਸ਼ਰਾਬ ਬਾਰੇ ਸੋਚਦਾ ਕਿ ਬਹੁਤ ਦੇਰ ਪਹਿਲਾਂ ਦੀ ਉਹਨੇ ਸ਼ਰਾਬ ਛੱਡੀ ਹੋਈ ਹੈ, ਹੁਣ ਨਹੀਂ ਉਹ ਪੀਂਦਾ। ਹਾਂ, ਸਿਗਰਟ ਪੀ ਲੈਂਦਾ ਹੈ, ਕਿੰਨੇ ਵਾਰ ਛੱਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਆਦਤ ਹੈ ਜਿਹੜੀ ਉਸਦੀ ਛੁੱਟਦੀ ਨਹੀਂ। ਤੇ ਨਾਲ ਹੀ ਸੋਚਦਾ ਪਰ ਮੈਂ ਹੁਣ ਇਹਨੂੰ ਛੱਡ ਦੇਣਾ। ਰਾਤ ਹੋ ਜਾਂਦੀ ਹੈ, ਠੰਡ ਬਹੁਤ ਹੈ, ਬੰਤੇ ਨੂੰ ਭੁੱਖ ਲੱਗਦੀ ਹੈ ਤਾਂ ਉਹ ਚਾਹ ਪੀਂਦਾ, ਨਾਲੇ 2 ਗੋਭੀ ਦੇ ਪਕੌੜੇ ਖਾਂਦਾ। ਉਹਨੂੰ ਬਹੁਤ ਧਰਵਾਸ ਮਿਲਦਾ। ਅੱਗੇ ਰਿਕਸ਼ਾ ਲੈ ਕੇ ਉਹ ਸਿਨੇਮੇ ਅੱਗੇ ਚਲਾ ਜਾਂਦਾ। ਉਹ ਸੋਚਦਾ ਹੈ ਕਿ ਇਕੱਲਾ ਆਦਮੀ ਜੇ ਸਿਨੇਮਾ ਦੇਖੇ ਤਾਂ ਫਿਰ ਵੀ ਠੀਕ ਹੈ, ਲੋਕ ਤਾਂ ਆਪਣੀਆਂ ਤੀਵੀਆਂ ਨੂੰ ਵੀ ਨਾਲ ਲੈ ਆਉਂਦੇ ਆ ਸਿਨੇਮਾ ਦੇਖਣ, ਹੋਰ ਤਾਂ ਹੋਰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਉਂਦੇ ਆ, ਇਹ ਕੋਈ ਚੰਗੀ ਗੱਲ ਨਹੀਂ। ਤਾਂ ਇੱਥੋਂ ਉਹਨੂੰ ਪਤੀ ਪਤਨੀ ਹੈ ਜਿਹੜੇ ਉਹ ਮਿਲਦੇ ਆ, ਰਿਕਸ਼ੇ ਦੇ ਵਿੱਚ ਬੈਠਦੇ ਆ। ਇਹ ਕੋਈ ਨਵੀਂ ਵਿਆਹੀ ਜੋੜੀ ਹੈ ਜਿਹੜੀ ਫਿਲਮ ਦੇਖ ਕੇ ਆਈ ਹੈ। ਉੱਥੋਂ ਆਉਂਦਿਆਂ ਹੋਇਆਂ ਉਹ ਗੱਲਾਂ ਕਰਦੇ ਆਉਂਦੇ ਆ ਤੇ ਰਸਤੇ ਦੇ ਵਿੱਚ ਇੱਕ ਥਾਂ ਤੇ ਰਿਕਸ਼ਾ ਰੋਕ ਲੈਂਦੇ ਆ ਜਿੱਥੋਂ ਉਹ ਖਾਣ ਲਈ ਮੱਛੀ ਲੈਂਦੇ ਆ। ਬੰਤਾ ਹੈ ਜਿਹੜਾ, ਉਹ ਸੋਚਦਾ ਹੈ ਕਿ ਠੰਡ ਵੱਧਦੀ ਜਾਂਦੀ ਹੈ, ਉਹਦੇ ਹੱਥ ਹੈ ਜਿਹੜੇ ਬਿਲਕੁਲ ਠਰ ਗਏ। ਤੇ ਸਵਾਰੀਆਂ ਨੂੰ ਛੱਡ ਕੇ ਉਹ ਦੇਖਦਾ ਹੈ ਕਿ ਸ਼ਹਿਰ ਦੇ ਵਿੱਚ ਧਨੀ ਲੋਕਾਂ ਨੇ ਲੱਕੜ ਦੇ ਵੱਡੇ ਵੱਡੇ ਮੁੱਢ ਸਟਵਾਏ ਵੇ ਆ ਤਾਂ ਜੋ ਗਰੀਬ ਗੁਰਬਾ ਜਿਹੜਾ ਉਹ ਤੁਰਿਆ ਆਉਂਦਾ ਆਪਣੇ ਹੱਥ ਸੇਕ ਲਵੇ। ਤਾਂ ਉੱਥੇ ਉਹ ਬੰਤਾ ਰੁਕ ਜਾਂਦਾ ਹੱਥ ਸੇਕਣ ਲਈ। ਉਹਨੂੰ ਆਪਣੇ ਵਰਗਾ ਕੋਈ ਹੋਰ ਕਿਰਤੀ ਉੱਥੇ ਮਿਲਦਾ, ਉਹ ਵੀ ਹੱਥ ਸੇਕ ਰਿਹਾ। ਉਹਦੇ ਨਾਲ ਗੱਲਾਂ ਕਰਦਾ ਉਹ, ਤਾਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਹੈ ਜਿਹੜਾ ਇਹ ਠੇਲਾ ਚਲਾਉਂਦਾ ਤੇ ਇਹ ਹਿਮਾਚਲ ਦਾ ਰਹਿਣ ਵਾਲਾ ਹੈ, ਉੱਥੋਂ ਕੰਮਕਾਰ ਦੇ ਸਿਲਸਿਲੇ 'ਚ ਹੀ ਇੱਥੇ ਆਇਆ। ਤਾਂ ਉਹਨੂੰ ਪੁੱਛਦਾ ਤੇਰਾ ਕਿਵੇਂ ਕੰਮਕਾਰ ਚੱਲਦਾ। ਉਹ ਕਹਿੰਦਾ ਵੀ ਮੈਂ ਗੁਜ਼ਾਰੇ ਜੋਗਾ ਚੱਲੀ ਜਾਂਦਾ, ਮੈਂ ਇੱਥੇ ਮਜ਼ਦੂਰੀ ਕਰਦਾ, ਘਰ ਪੈਸੇ ਭੇਜ ਦਿੰਦਾ। ਨਾਲ ਹੀ ਉਹ ਦੱਸਦਾ कि पहले भेजता था, अब बर्फ पड़ गया है, सब रास्ते बंद ने, गर्मियों में जाएगा अपने घर पैसे लेकर। ਭਾਵ ਜਦੋਂ ਠੰਡ ਪੈਣ ਲੱਗ ਜਾਂਦੀ ਹੈ ਉਦੋਂ ਉਹ ਆਪਣੇ ਘਰ ਪੈਸੇ ਨਹੀਂ ਭੇਜ ਸਕਦਾ, ਤਾਂ ਉਹ ਆਪ ਹੀ ਗਰਮੀਆਂ ਦੇ ਵਿੱਚ ਪੈਸੇ ਲੈ ਕੇ ਜਾਂਦਾ ਹੈ। ਪਰ ਬੰਤਾ ਉਹਨੂੰ ਦੇਖ ਕੇ ਸੋਚਦਾ ਹੈ ਕਿ ਜੇ ਵਿਅਕਤੀ ਆਪਣੇ ਘਰੇ ਰਹਿ ਕੇ ਉੱਥੇ ਹੀ ਕਮਾਈ ਕਰੇ ਤਾਂ ਜ਼ਿਆਦਾ ਚੰਗਾ। ਪਰ ਫਿਰ ਉਹਦੇ ਮਨ 'ਚ ਖਿਆਲ ਆਉਂਦਾ ਹੈ ਕਿ ਕਮਾਈ ਕਰਨੀ ਹੈ ਕਿਤੇ ਵੀ ਹੋਵੇ, ਬੰਦਾ ਹੈ ਜਿਹੜਾ ਉਹ ਆਪਣੇ ਗੁਜ਼ਾਰੇ ਲਈ ਖਰਚਾ ਜ਼ਰੂਰ ਕੱਢਦਾ ਹੋਵੇ। ਅੱਗੇ ਉਹਨੂੰ ਫਿਰ ਸਵਾਰੀਆਂ ਮਿਲਦੀਆਂ ਨੇ, ਇਹ ਪਿਓ ਪੁੱਤਰ ਨੇ, ਇਹਨਾਂ ਨੇ ਗ੍ਰੀਨ ਐਵਨਿਊ ਜਾਣਾ। ਬੰਤਾ ਇਹਨਾਂ ਤੋਂ 1.5 ਰੁਪਏ ਦੀ ਮੰਗ ਕਰਦਾ, ਪਰ ਉਹ 1.25 ਰੁਪਇਆ ਜਿਹੜਾ ਉਹ ਦੇਣਾ ਚਾਹੁੰਦੇ ਆ। ਇਹ ਵਪਾਰੀ ਹੈ, ਇਹਨਾਂ ਕੋਲ ਇੱਕ ਭਰਿਆ ਹੋਇਆ ਬੈਗ ਹੈ ਕਾਫੀ ਭਾਰਾ। ਬੰਤਾ ਹੈ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਉਹਨਾਂ ਦੀ ਆਪਸੀ ਗੱਲਬਾਤ ਤੋਂ ਕਿ ਇਸ ਬੈਗ ਦੇ ਵਿੱਚ ਨੋਟ ਭਰੇ ਹੋਏ ਹੋਣੇ ਆ। ਤਾਂ ਉਹ ਆਪਣੇ ਵਪਾਰ ਬਾਰੇ ਗੱਲਾਂ ਬਾਤਾਂ ਕਰਦੇ ਆ। ਨਾਲ ਹੀ ਉਹਨਾਂ ਨੇ ਕਿਸੇ ਨੂੰ ਮਿਲਣ ਜਾਣਾ ਹੈ, ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਬੰਤਾ ਰਿਕਸ਼ਾ ਬਹੁਤ ਹੌਲੀ ਚਲਾਉਂਦਾ। ਤਾਂ ਉਹ ਕਾਰ ਬਾਰੇ ਗੱਲਾਂ ਕਰਦੇ ਆ ਕਿ ਆਪਾਂ ਹੁਣ ਛੇਤੀ ਕਾਰ ਲੈ ਲੈਣੀ ਹੈ, ਕਿਉਂਕਿ ਸਕੂਟਰ ਤਾਂ ਉਹ ਚਲਾਉਂਦੇ ਨਹੀਂ, ਐਕਸੀਡੈਂਟ ਹੋ ਗਿਆ ਸੀ, ਉਸ ਤੋਂ ਬਾਅਦ ਸਕੂਟਰ ਚਲਾਉਣਾ ਬੰਦ ਕਰਤਾ।
ਫਿਰ ਉਹ ਤੇਲ ਦੇ ਵਧੇ ਹੋਏ ਰੇਟ ਬਾਰੇ ਗੱਲ ਕਰਦੇ ਆ। ਬੰਤਾ ਹੈ ਜਿਹੜਾ ਉਹਨਾਂ ਦਾ ਬੈਗ ਦੇਖ ਕੇ ਫਿਰ ਆਪਣੇ ਖਿਆਲਾਂ ਦੇ ਵਿੱਚ ਗੁਆਚ ਜਾਂਦਾ ਹੈ ਕਿ ਜੇ ਇੰਨੇ ਨੋਟ ਮੇਰੇ ਕੋਲ ਹੋਣ ਤਾਂ ਮੈਂ ਕੀ ਕਰਾਂ। ਫਿਰ ਉਹ ਸੋਚਦਾ ਹੈ ਕਿ ਮੈਂ 2 ਕਮਰੇ ਬਣਾ ਸਕਦਾ, ਹੋਰ ਮੈਂ ਬੱਚਿਆਂ ਲਈ ਕੱਪੜਾ ਲੀੜਾ ਲੈ ਸਕਦਾ, ਹੋਰ ਮੈਂ ਤਾਰੋ ਲਈ 1-2 ਟੂਮਾਂ ਲੈ ਸਕਦਾ, ਬੱਚਿਆਂ ਨੂੰ ਨਵੀਆਂ ਕਿਤਾਬਾਂ ਕਾਪੀਆਂ ਲੈ ਕੇ ਦੇ ਸਕਦਾ। ਪਰ ਫਿਰ ਉਹ ਆਪਣੇ ਆਪ ਨੂੰ ਹੀ ਕਹਿੰਦਾ, ਨਾ ਮੇਰੇ ਕੋਲ ਕਦੇ ਇੰਨੇ ਪੈਸੇ ਆਉਣ, ਫਿਰ ਮੈਂ ਕਿਉਂ ਇਸ ਤਰ੍ਹਾਂ ਸੋਚੀ ਜਾਂਦਾ, ਫਜ਼ੂਲ ਦੀਆਂ ਗੱਲਾਂ। ਉਹ ਸਵਾਰੀਆਂ ਦੀਆਂ ਗੱਲਾਂ ਸੁਣਦਾ ਸੁਣਦਾ ਆਪਣੇ ਪੁਰਾਣਾ ਜਿਹੜਾ ਸਮਾਂ ਹੈ ਜਾਂ ਆਪਣੇ ਆਪ ਦੇ ਨਾਲ, ਆਪਣੇ ਅੱਜ ਦੇ ਮਾੜੇ ਹਾਲਾਤਾਂ ਦੇ ਨਾਲ, ਜਿਸ ਤਰ੍ਹਾਂ ਨਾਲ ਉਹ ਜੂਝ ਰਿਹਾ, ਉਹਦੇ ਨਾਲ 2-4 ਹੁੰਦਾ ਹੋਇਆ ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਕਿ ਮੈਂ ਹਮੇਸ਼ਾ ਹੀ ਜਦੋਂ ਸੋਚਦਾ ਉਦੋਂ ਆਪਣੀ ਰੋਜ਼ੀ ਰੋਟੀ ਬਾਰੇ, ਘਰ ਦੇ ਵਿੱਚ ਜ਼ਰੂਰੀ ਖਰਚਿਆਂ ਬਾਰੇ ਕਿਉਂ ਸੋਚਦਾ, ਮੈਂ ਰੋਟੀ ਤੋਂ ਇਲਾਵਾ ਕੋਈ ਹੋਰ ਗੱਲ ਕਿਉਂ ਨਹੀਂ ਸੋਚਦਾ। ਰੋਟੀ ਤੋਂ ਇਲਾਵਾ ਉਹ ਸੋਚਦਾ ਵੀ ਮੈਂ ਕੀ ਘਰੇ ਲਿਜਾ ਸਕਦਾ, ਕਿਹੜੀ ਚੀਜ਼ ਘਰੇ ਜ਼ਿਆਦਾ ਜ਼ਰੂਰੀ ਹੈ। ਫਿਰ ਉਹ ਸੋਚਦਾ ਵੀ ਘਰੇ ਤਾਂ 2 ਹੀ ਮੰਜੇ ਆ, ਇੱਕ ਮੰਜੇ ਤੇ ਤਾਰੋ ਦੋਨਾਂ ਕੁੜੀਆਂ ਨਾਲ ਪੈ ਜਾਂਦੀ ਹੈ, ਦੂਸਰੇ ਤੇ ਮੈਂ ਫੁੰਮਣ ਨਾਲ ਪੈ ਜਾਂਦਾ। ਸਾਰਾ ਦਿਨ ਮਿਹਨਤ ਕਰਦਾ ਪਰ ਰਾਤ ਨੂੰ ਆਰਾਮ ਨਾਲ ਪਿਆ ਵੀ ਨਹੀਂ ਜਾਂਦਾ, ਸੁੱਤਾ ਵੀ ਨਹੀਂ ਜਾਂਦਾ, ਕਿਉਂਕਿ ਪਾਸਾ ਹੀ ਨਹੀਂ ਲਿਆ ਜਾਂਦਾ। ਇਸ ਲਈ ਘਰ ਦੇ ਵਿੱਚ ਘੱਟੋ ਘੱਟ 1 ਮੰਜੇ ਦੀ ਹੋਰ ਲੋੜ ਹੈ। ਫਿਰ ਉਹ ਸੋਚਦਾ ਕਿ ਲੇਫ ਦੇ ਵਿੱਚ ਵੀ ਨਿੱਘ ਨਹੀਂ ਆਉਂਦਾ, ਬਹੁਤ ਪੁਰਾਣੀ ਹੋਈ ਪਈ ਹੈ। ਇਸ ਤਰ੍ਹਾਂ ਸੋਚਾਂ ਸੋਚਦਾ ਫਿਰ ਉਹ ਆਪਣੇ ਆਪ ਬਾਰੇ ਸੋਚਦਾ, ਆਪਣੇ ਕੱਪੜਿਆਂ ਬਾਰੇ, ਕਿ ਮੇਰੇ ਕੋਲ ਇਹੀ 1 ਕੋਟ ਹੈ, 5 ਰੁਪਏ ਦਾ ਮੈਂ ਲਿਆ ਸੀ 4-5 ਸਾਲ ਪਹਿਲਾਂ, ਉਹ ਤਾਂ ਹੁਣ ਠੀਕ ਪਿਆ। ਰਾਤ ਨੂੰ ਵੀ ਮੈਂ ਕਦੇ ਇਹ ਕੋਟ ਨਹੀਂ ਲਾਇਆ ਕਿਉਂਕਿ ਨਿੱਘ ਹੀ ਨਹੀਂ ਆਉਂਦਾ। ਹਜੇ ਵੀ ਮੈਂ ਇਹ ਸਿੱਟਣਾ ਨਹੀਂ, ਇਹਦੇ ਵਿੱਚੋਂ ਫੁੰਮਣ ਜੋਗਾ ਕੋਟ ਵੀ ਨਿਕਲੂਗਾ। ਤਾਂ ਆਪਣੇ ਹਾਲਾਤਾਂ ਬਾਰੇ ਆਪਣੇ ਆਪ ਨਾਲ ਗੱਲ ਕਰਦਾ ਕਰਦਾ ਅੱਗੇ ਉਹਨੂੰ ਹੋਰ 2 ਸਵਾਰੀਆਂ ਮਿਲ ਜਾਂਦੀਆਂ ਜਿਨ੍ਹਾਂ ਨੇ ਕੰਪਨੀ ਬਾਗ ਜਾਣਾ ਹੁੰਦਾ। ਉਹ ਉਹਨੂੰ 8 ਆਨੇ ਦੇਣ ਵਾਸਤੇ ਮੰਨਦੇ ਆ। ਇਹ 2 ਵਿਅਕਤੀ ਹੈ, ਇੱਕ ਦਾ ਨਾਂ ਅਸ਼ਕ ਹੈ ਤੇ ਦੂਸਰੇ ਦਾ ਪਰਵੇਜ਼ ਹੈ, ਜਿਹੜੇ ਮੁਸ਼ਾਇਰੇ ਤੇ ਆਏ ਹੋਏ ਹੈ। ਇਹ ਮੁਸ਼ਾਇਰਾ ਕਿਸੇ ਕਮਰ ਸਾਹਿਬ ਨੇ ਕਰਾਇਆ। ਉਹ ਹਰ ਸਾਲ ਨਵੇਂ ਸਾਲ ਵਾਲੇ ਦਿਨ ਇਹ ਮੁਸ਼ਾਇਰਾ ਕਰਵਾਉਂਦਾ, ਜਿਹਦੇ ਵਿੱਚ ਉਹ ਦੂਰੋਂ ਦੂਰੋਂ ਕਵੀਆਂ ਨੂੰ ਬੁਲਾਉਂਦਾ ਹੈ। ਕੋਈ ਕਵਿਤਾ ਬੋਲਣ ਵਾਲਾ, ਲਿਖਣ ਵਾਲਾ ਜਾਂ ਕੋਈ ਗਜ਼ਲ ਲਿਖਣ ਵਾਲਾ, ਉਹ ਆਪਸ 'ਚ ਗੱਲਾਂ ਕਰਦੇ ਆ ਤੇ ਇੱਕ ਦੂਜੇ ਨੂੰ ਕਹਿੰਦੇ ਆ ਕਿ ਆਪਾਂ ਕਿਰਤੀਆਂ ਬਾਰੇ ਵੀ ਲਿਖਿਆ ਕਰੀਏ, ਜਿਵੇਂ ਇਹ ਰਿਕਸ਼ੇ ਵਾਲਾ ਹੈ। ਤਾਂ ਉਹ ਬੰਤੇ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ ਜਾਂਦੇ ਆ। ਬੰਤੇ ਨੂੰ ਵੀ ਪੁੱਛਦੇ ਆ ਕਿ ਤੂੰ ਕਦੇ ਇਸ ਤਰ੍ਹਾਂ ਦੀਆਂ ਕਵਿਤਾਵਾਂ ਸੁਣੀਆਂ। ਤਾਂ ਬੰਤਾ ਹੈ ਜਿਹੜਾ ਉਹ ਸੋਚਦਾ ਕਿ ਜਦੋਂ ਲੋੜਾਂ ਹੈ ਜਿਹੜੀਆਂ ਮੇਰੇ ਵਰਗੇ ਵਿਅਕਤੀ ਦੀਆਂ ਰੋਜ਼ੀ ਰੋਟੀ ਨਾਲ ਜੁੜੀਆਂ ਹੋਣ ਤਾਂ ਫਿਰ ਇਹ ਗੱਲਾਂ ਕੀ, ਇਹਨਾਂ ਨਾਲ ਕਿਹੜਾ ਭੁੱਖ ਮਿਟਦੀ ਹੈ। ਉਹ ਕਹਿੰਦੇ ਭੁੱਖ ਤਾਂ ਨਹੀਂ ਮਿਟਦੀ ਪਰ ਭੁੱਖ ਟਲ ਜ਼ਰੂਰ ਜਾਂਦੀ ਹੈ। ਬੰਤੇ ਨੂੰ ਉਹਨਾਂ ਦੀ ਗੱਲ ਬਹੁਤੀ ਚੰਗੀ ਨਹੀਂ ਲੱਗਦੀ ਕਿ ਭੁੱਖ ਟਲਣ ਦਾ ਕੀ ਮਤਲਬ ਹੈ। ਬੰਤਾ ਯਾਦ ਕਰਦਾ ਕਿ ਇਸੇ ਤਰ੍ਹਾਂ ਇੱਕ ਵਾਰ ਇੱਕ ਕਹਾਣੀਕਾਰ ਵੀ ਬੈਠਾ ਸੀ ਉਹਦੇ ਰਿਕਸ਼ੇ ਦੇ ਵਿੱਚ, ਜਿਹੜਾ ਉਹਨੂੰ ਜ਼ਬਰਦਸਤੀ ਕਹਿੰਦਾ ਸੀ ਕਿ ਮੇਰੀ ਕਹਾਣੀ ਸੁਣ। ਨਾਲ ਹੀ ਉਹ ਕਹਿੰਦਾ ਸੀ ਕਿ ਰਿਕਸ਼ੇ ਵਾਲੇ ਬਾਰੇ ਮੈਂ ਇੱਕ ਕਹਾਣੀ ਲਿਖੀ ਸੀ, ਇੱਕ ਰਸਾਲੇ 'ਚ ਭੇਜੀ ਸੀ, ਰਸਾਲੇ ਵਾਲਿਆਂ ਨੇ ਮੈਨੂੰ 30 ਰੁਪਏ ਦਿੱਤੇ ਸੀ। ਉਹਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੁੰਦਾ ਬੰਤਾ ਕਿ ਕਹਾਣੀ ਦੇ 30 ਰੁਪਏ ਦੇਤੇ। ਤਾਂ ਨਾਲ ਹੀ ਉਹ ਰਿਕਸ਼ੇ ਵਾਲੇ ਨੂੰ, ਬੰਤੇ ਨੂੰ ਪੁੱਛਦਾ ਕਿ ਤੂੰ ਕਦੇ ਕਹਾਣੀਆਂ ਸੁਣੀਆਂ। ਤਾਂ ਬੰਤਾ ਦੱਸਦਾ, ਸਾਡੇ ਕੋਲ ਵੇਲ ਕਿੱਥੇ ਬਾਤਾਂ ਸੁਣਨ ਦੀ, ਛੋਟੇ ਹੁੰਦਿਆਂ ਸੁਣਦੇ ਸੀ ਬੇਬੇ ਕੋਲੋਂ। ਤਾਂ ਉਹ ਬੰਤੇ ਨੂੰ ਦੱਸਦਾ ਕਿ ਕਹਾਣੀਆਂ ਕੀ ਹੁੰਦੀਆਂ ਨੇ, ਨਾਵਲ ਕੀ ਹੁੰਦਾ। ਤਾਂ ਇਹਨਾਂ ਖਿਆਲਾਂ ਦੇ ਵਿੱਚ ਤੁਰਦਾ ਤੁਰਦਾ ਬੰਤਾ ਹੈ ਜਿਹੜਾ ਉਹ ਲਾਰੈਂਸ ਰੋਡ ਤੇ ਪਹੁੰਚ ਜਾਂਦਾ। ਦੇਖਦਾ ਕਿ ਉੱਥੇ ਅੱਜ ਰਿਕਸ਼ੇ ਵਾਲੇ ਹੀ ਨਹੀਂ ਹੈਗੇ। ਤਾਂ ਉਹਨੂੰ ਲੱਗਦਾ ਵੀ ਠੰਡ ਬਹੁਤ ਹੈ, ਇਸ ਕਰਕੇ ਚਲੇ ਗਏ ਹੋਣਗੇ। ਪਰ ਨਾਲ ਹੀ ਉਹਦੇ ਦਿਮਾਗ ਦੇ ਵਿੱਚ ਆਉਂਦਾ ਕਿ ਇਹ ਰਿਕਸ਼ੇ ਵਾਲੇ ਅਸਲ ਦੇ ਵਿੱਚ ਠੰਡ ਤੋਂ ਨਹੀਂ ਡਰਦੇ, ਤਾਂ ਭੁੱਖ ਤੋਂ ਡਰਦੇ ਆ, ਇਸ ਲਈ ਗਏ ਨਹੀਂ ਹੋਣੇ, ਆਸੇ ਪਾਸੇ ਕਿਤੇ ਹੋਣਗੇ।
ਤਾਂ ਉੱਥੇ ਹੀ ਉਹਨੂੰ ਇੱਕ ਜੈਂਟਲਮੈਨ ਆਦਮੀ ਤੇ ਇੱਕ ਤੀਵੀਂ ਹੈ ਜਿਹੜੇ ਉਹ ਮਿਲਦੇ ਆ। ਅਸਲ 'ਚ ਉਹਨਾਂ ਦਾ ਸਕੂਟਰ ਖਰਾਬ ਹੋ ਜਾਂਦਾ। ਉਹਨਾਂ ਨੇ ਨਵੇਂ ਸਾਲ ਦੀ ਪਾਰਟੀ ਦੇ ਵਿੱਚ ਛਾਉਣੀ ਜਾਣਾ ਹੁੰਦਾ, ਤਾਂ ਸਕੂਟਰ ਖਰਾਬ ਹੋ ਜਾਣ ਕਰਕੇ ਉਹ ਸਕੂਟਰ ਉੱਥੇ ਕਿਸੇ ਦੀ ਕੋਠੀ ਦੇ ਵਿੱਚ ਲਾ ਦਿੰਦੇ ਆ ਤੇ ਫਿਰ ਬੰਤੇ ਦੇ ਰਿਕਸ਼ੇ ਤੇ ਬੈਠ ਕੇ ਪਾਰਟੀ ਲਈ ਤੁਰ ਪੈਂਦੇ ਆ। ਤਾਂ ਇੱਥੇ ਉਹਨਾਂ ਨੂੰ ਦੇਖ ਕੇ ਉਹਨੂੰ ਯਾਦ ਆਉਂਦਾ ਬੰਤੇ ਨੂੰ ਕਿ ਹਾਂ ਪਾਰਟੀ ਹੈ ਜਿਹੜੀ ਇਹ ਨਵੇਂ ਸਾਲ ਕਰਕੇ ਹੋਊਗੀ। ਇਹ ਦੋਨੇ ਸਵਾਰੀਆਂ ਬੈਠੀਆਂ ਉਹਦੇ ਰਿਕਸ਼ੇ ਦੇ ਵਿੱਚ ਬਹੁਤ ਹੱਸਦੀਆਂ, ਖਾਸ ਕਰਕੇ ਉਹ ਔਰਤ ਹੈ ਜਿਹੜੀ, ਉਹਦਾ ਹਾਸਾ ਹੀ ਨਹੀਂ ਰੁਕਦਾ। ਤਾਂ ਬੰਤਾ ਸੋਚਦਾ ਹੈ ਕਿ ਤਾਰੋ ਤਾਂ ਹੁਣ ਹੱਸਣਾ ਭੁੱਲ ਹੀ ਗਈ, ਉਹ ਤਾਂ ਕਦੀ ਵੀ ਨਹੀਂ ਹੱਸਦੀ। ਅਸਲ ਦੇ ਵਿੱਚ ਇਸ ਸਵਾਰੀ ਦੇ ਹੱਸਣ ਦਾ ਕਾਰਨ ਹੈ ਜਿਹੜਾ ਉਹ ਉਸ ਜੈਂਟਲਮੈਨ ਦੇ ਬੌਸ ਦਾ ਡਾਂਸ ਹੈ, ਜਿਹੜਾ ਡਾਂਸ ਵਾਲਾ ਵਧੀਆ ਨਹੀਂ ਕਰਦਾ। ਤਾਂ ਉਹਨੂੰ ਦੇਖ ਕੇ, ਉਹਨੂੰ ਯਾਦ ਕਰਕੇ ਉਹ ਔਰਤ ਹੈ ਜਿਹਦਾ ਨਾਂ ਸੁਸ਼ਮਾ ਹੈ, ਉਹ ਹੱਸਦੀ ਹੈ। ਤਾਂ ਉਹ ਆਦਮੀ ਉਹਨੂੰ ਰੋਕਦਾ ਹੈ ਕਿ ਇਸ ਤਰ੍ਹਾਂ ਉਹਨੂੰ ਹੱਸਣਾ ਨਹੀਂ ਚਾਹੀਦਾ ਉਹਦੇ ਸਾਹਮਣੇ, ਇਹ ਚੰਗੀ ਗੱਲ ਨਹੀਂ, ਕਿਉਂਕਿ ਉਹ ਬੌਸ ਹੈ ਉਹਦਾ। ਤਾਂ ਉਹਨੂੰ ਹੱਸਦੀ ਨੂੰ ਦੇਖ ਕੇ ਬੰਤੇ ਨੂੰ ਲੱਗਦਾ ਹੈ ਕਿ ਬੜੀਆਂ ਚੰਗੀਆਂ ਸਵਾਰੀਆਂ ਨਹੀਂ, ਫਾਲਤੂ ਹੀ ਹੱਸੀ ਜਾਂਦੀਆਂ ਨੇ। ਅਸਲ ਦੇ ਵਿੱਚ ਇੰਨਾ ਹਾਸਾ ਬੰਤੇ ਦੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ। ਜਿਹੜਾ ਥੋੜਾ ਬਹੁਤ ਹਾਸਾ ਸੀਗਾ ਉਹ ਵੀ ਹਾਲਾਤਾਂ ਨੇ ਕਿਧਰੇ ਉਡਾਤਾ। ਤਾਂ ਉਹਨੂੰ ਇਹ ਸਵਾਰੀਆਂ ਇੰਨਾ ਹੱਸਦੀਆਂ ਬੜਾ ਅਜੀਬ ਲੱਗਦੀਆਂ ਨੇ। ਤਾਂ ਉੱਥੇ ਜਦੋਂ ਛਾਉਣੀ ਜਾਂਦਾ, ਉਹ ਸਵਾਰੀਆਂ ਨੂੰ ਲੈ ਕੇ ਸਵਾਰੀਆਂ ਉਤਰ ਜਾਂਦੀਆਂ ਨੇ। ਤਾਂ ਉੱਥੇ ਚੌਂਕੀਦਾਰ ਹੈ ਜਿਹੜਾ ਉਹ ਉਸ ਘਰ ਦੇ ਉਸ ਕੋਠੀ ਦੇ ਦਰਵਾਜ਼ੇ ਤੇ ਹੈ। ਬੰਤਾ ਉਹ ਤੋਂ ਪੁੱਛਣਾ ਚਾਹੁੰਦਾ ਹੈ ਕਿ ਮੈਂ ਰੋਕਾਂ, ਕਿਉਂਕਿ ਇਹਨਾਂ ਸਵਾਰੀਆਂ ਨੇ ਵਾਪਸ ਵੀ ਮੁੜਨਾ ਹੋਊਗਾ, ਪਰ ਨਹੀਂ, ਉਹ ਚੌਂਕੀਦਾਰ ਦੱਸ ਦਿੰਦਾ ਉਹਨੂੰ कि जाएंगे तो सही पर अभी नहीं, बहुत देर बाद साहिब की गाड़ी छोड़ आएगी उन्हें। ਤਾਂ ਉਹਦੀ ਇਹ ਗੱਲ ਸੁਣ ਕੇ ਫਿਰ ਉਹ ਵਾਪਸ ਤੁਰ ਆਉਂਦਾ। ਠੰਡ ਬਹੁਤ ਜ਼ਿਆਦਾ ਵਧੀ ਪਈ ਹੈ। ਉਹ ਸੋਚਦਾ ਕਿ ਹੁਣ ਮੈਂ ਘਰ ਹੀ ਜਾਵਾਂ। ਤਾਰੋ ਵੀ ਉਹਦੀ ਉਡੀਕ ਕਰਦੀ ਹੋਣੀ ਹੈ, ਕਿਤੇ ਆਉਣਾ ਹੋਵੇ ਕਿ ਮੈਂ ਵੱਧ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਬਿਮਾਰ ਹੀ ਹੋ ਜਾਵਾਂ। ਪਿਛਲੀ ਠੰਡ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ। ਪਹਿਲਾਂ ਉਹ ਆਪ ਬਿਮਾਰ ਹੋ ਗਿਆ ਸੀ, ਫਿਰ ਤਾਰੋ ਬਿਮਾਰ ਹੋ ਗਈ ਸੀ, ਇਸ ਕਰਕੇ ਬਹੁਤ ਪੈਸੇ ਖਰਚ ਹੋ ਗਏ ਸੀ ਤੇ ਕਈ ਦਿਨ ਕੰਮਕਾਰ ਵੀ ਨਹੀਂ ਸੀ ਕੀਤਾ ਗਿਆ। ਤਾਂ ਰਾਹ 'ਚ ਇੱਕ ਥਾਂ ਤੇ ਉਹ ਚਾਹ ਪੀਣ ਲਈ ਰੁਕ ਜਾਂਦਾ। ਉੱਥੇ ਇੱਕ ਆਦਮੀ ਸੋਡੇ ਦੀਆਂ 6 ਬੋਤਲਾਂ ਲੈਣ ਲਈ ਦੁਕਾਨਦਾਰ ਕੋਲ ਆਉਂਦਾ। ਤਾਂ ਦੁਕਾਨਦਾਰ ਨਾਲ ਗੱਲਾਂ ਕਰਦਾ ਹੋਇਆ ਬੰਤਾ ਹੈ ਜਿਹੜਾ, ਉਹਨੂੰ ਪਤਾ ਲੱਗਦਾ ਹੈ ਕਿ ਇਹ ਵੀ ਪਾਰਟੀ ਚੱਲ ਰਹੀ ਹੈ ਜਿੱਥੇ ਸੋਡੇ ਦੀਆਂ ਬੋਤਲਾਂ ਚਾਹੀਦੀਆਂ ਨੇ। ਤਾਂ ਉਹ ਸੋਚਦੇ ਆ ਵੀ ਸਾਹਬ ਲੋਕ ਹੈ, ਅੱਜ ਤਾਂ ਨਵਾਂ ਸਾਲ ਹੈ, ਤਾਂ ਵੈਸੇ ਵੀ ਹਮੇਸ਼ਾ ਪਾਰਟੀਆਂ ਕਰਦੇ ਹੀ ਰਹਿੰਦੇ ਆ। ਹੁਣ ਬੰਤਾ ਹੈ ਜਿਹੜਾ ਉਹ ਤਾਰੋ ਬਾਰੇ ਸੋਚਦਾ ਹੈ ਕਿ ਤਾਰੋ ਨੂੰ ਉਹ ਕੋਈ ਖੁਸ਼ੀ ਜ਼ਿੰਦਗੀ ਦੇ ਵਿੱਚ ਦੇ ਨਹੀਂ ਸਕਿਆ। ਅੱਜ ਰਾਤ ਬਹੁਤ ਜ਼ਿਆਦਾ ਹੋ ਗਈ, ਤਾਂ ਤਾਰੋ ਹੈ ਜਿਹੜੀ ਜ਼ਰੂਰ ਉਹਨੂੰ ਉਡੀਕਦੀ ਹੋਊਗੀ, ਨਾਲੇ ਫਿਕਰ ਕਰਦੀ ਹੋਊਗੀ, ਕਿਉਂਕਿ ਇੱਕ ਵਾਰ ਕਾਰ ਦੇ ਨਾਲ ਉਹਦੀ ਟੱਕਰ ਹੋ ਗਈ ਸੀ ਤੇ ਉਹ ਬੇਹੋਸ਼ ਹੋ ਗਿਆ ਸੀ। ਸਵੇਰੇ ਹਸਪਤਾਲ 'ਚ ਹੀ ਉਹਦੀ ਅੱਖ ਖੁੱਲ੍ਹੀ ਸੀ ਤਾਂ ਉਹਨੂੰ ਪਤਾ ਲੱਗਿਆ ਸੀ ਕਿ ਤਾਰੋ ਸਾਰੀ ਰਾਤ ਰੋਂਦੀ ਰਹੀ। ਉਦੋਂ ਤਾਰੋ ਨੇ ਉਹਦੀ ਬਹੁਤ ਸੇਵਾ ਕੀਤੀ ਸੀ। ਤਾਂ ਹਸਪਤਾਲ ਬਾਰੇ ਸੋਚਦਿਆਂ ਹੀ ਇੱਕ ਹੋਰ ਘਟਨਾ ਉਹਦੇ ਦਿਮਾਗ 'ਚ ਆ ਜਾਂਦੀ ਹੈ ਕਿ ਇੱਕ ਵਾਰ ਜਨਾਨਾ ਹਸਪਤਾਲ ਦੇ ਅੱਗੇ ਉਹ ਰਿਕਸ਼ਾ ਲੈ ਕੇ ਖੜਾ ਹੁੰਦਾ। 5-7 ਬੰਦੇ ਤੇ 2-3 ਤੀਵੀਆਂ ਜਿਹੜੀਆਂ ਉੱਥੇ ਇੱਕ ਔਰਤ ਨੂੰ ਲੈ ਕੇ ਆਉਂਦੀਆਂ ਨੇ। ਉਹ ਔਰਤ ਹੈ ਜਿਹੜੀ ਉਹ ਦਰਦ ਨਾਲ ਚੀਕਾਂ ਮਾਰ ਰਹੀ ਹੁੰਦੀ ਹੈ। ਡਾਕਟਰ ਹੈ ਜਿਹੜੇ ਉਹ ਦੱਸਦੇ ਹੈ ਕਿ ਉਹਨਾਂ ਨੂੰ ਖੂਨ ਚਾਹੀਦਾ, ਤਾਂ ਹੀ ਉਸ ਔਰਤ ਨੂੰ ਬਚਾਇਆ ਜਾ ਸਕਦਾ। ਪਰ ਉਹ ਸਾਰੇ ਆਦਮੀ ਹੈ ਜਿਹੜੇ ਉਹ ਡਾਕਟਰ ਨੂੰ ਕਹਿੰਦੇ ਆ ਕਿ ਪੈਸੇ ਕਿੰਨੇ ਮਰਜ਼ੀ ਲੈ ਲਓ। ਉਹਨਾਂ ਦੇ ਹੱਥਾਂ ਦੇ ਵਿੱਚ ਨੋਟਾਂ ਦੀਆਂ ਗੁੱਟੀਆਂ ਹੁੰਦੀਆਂ, ਪਰ ਉਹ ਆਪਣਾ ਖੂਨ ਨਹੀਂ ਦੇਣਾ ਚਾਹੁੰਦੇ। ਉਹ ਰਿਕਸ਼ੇ ਵਾਲਿਆਂ ਕੋਲ ਆਉਂਦੇ ਆ ਕਿ ਕੋਈ ਖੂਨ ਦੇ ਦੇਵੇ, ਤਾਂ ਬੰਤਾ ਹੈ ਜਿਹੜਾ ਉਹ ਸਾਫ਼ ਮਨਾ ਕਰ ਦਿੰਦਾ ਕਿ ਉਹ ਆਪਣਾ ਖੂਨ ਕਦੇ ਨਹੀਂ ਵੇਚੂਗਾ। ਉਹ 100 ਦਾ ਨੋਟ ਵੀ ਦਿੰਦੇ ਆ, ਪਰ ਬੰਤਾ ਹੈ ਜਿਹੜਾ ਉਹ ਖੂਨ ਨਹੀਂ ਵੇਚਣਾ ਚਾਹੁੰਦਾ। ਫਿਰ ਉਹਦੇ ਦਿਮਾਗ 'ਚ ਵਿਚਾਰ ਆਉਂਦਾ ਹੈ ਤਾਂ ਉਹ ਜਾ ਕੇ ਉਹਨਾਂ ਨੂੰ ਕਹਿ ਦਿੰਦਾ ਕਿ ਤੁਸੀਂ ਮੇਰਾ ਖੂਨ ਲੈ ਲਓ, ਪਰ ਮੈਂ ਆਪਣਾ ਖੂਨ ਵੇਚਣਾ ਨਹੀਂ। ਉੱਥੇ ਉਹ ਔਰਤ ਨੂੰ ਖੂਨ ਹੈ ਜਿਹੜਾ ਉਹ ਦੇ ਦਿੱਤਾ ਜਾਂਦਾ, ਜਿਹਦੇ ਨਾਲ ਉਹਦੀ ਜਾਨ ਬਚ ਜਾਂਦੀ ਹੈ। ਤਾਂ ਉਹਦੇ ਬੇਟਾ ਹੁੰਦਾ। ਖੂਨ ਦੇਣ ਤੋਂ ਬਾਅਦ ਬੰਤੇ ਨੂੰ ਦੁੱਧ ਦਾ ਗਲਾਸ ਦਿੱਤਾ ਜਾਂਦਾ।
ਤਾਂ ਉੱਥੇ ਪਏ ਪਏ ਨੂੰ ਉਹਨੂੰ ਇਹ ਗੱਲ ਦਾ ਧਿਆਨ ਆਉਂਦਾ ਕਿ ਹੁਣ 3-4 ਦਿਨ ਉਤੋਂ ਕੰਮ ਨਹੀਂ ਹੋਣਾ। ਜੇ ਉਤੋਂ ਕੰਮ ਨਹੀਂ ਹੋਇਆ ਤਾਂ ਫਿਰ ਉਹ ਘਰ ਦਾ ਗੁਜ਼ਾਰਾ ਕਿਵੇਂ ਚਲਾਊਗਾ। ਥੋੜੇ ਬਹੁਤ ਪੈਸੇ ਭਲਾ ਉਹ ਲੈ ਲੈਂਦਾ 3-4 ਦਿਨ ਲੰਘਾਉਣ ਜੋਗੇ, ਤਾਂ ਜਦੋਂ ਖੂਨ ਦੇ ਕੇ ਆਉਂਦਾ ਤਾਂ ਉਹਨੂੰ ਚੱਕਰ ਆ ਜਾਂਦਾ। ਉਹ ਉਹਨਾਂ ਵਿਅਕਤੀਆਂ ਕੋਲ ਥੋੜੀ ਦੇਰ ਰੁਕਦਾ ਵੀ ਹੈ, ਬੱਚੇ ਦੀ ਵਧਾਈ ਵੀ ਦਿੰਦਾ ਬੱਚੇ ਦੇ ਜਨਮ ਦੀ, ਪਰ ਹੁਣ ਉਹ ਉਹਦੀ ਕੋਈ ਗੱਲ ਨਹੀਂ ਸੁਣਦੇ, ਉਹਦੇ ਵੱਲ ਧਿਆਨ ਨਹੀਂ ਦਿੰਦੇ। ਤਾਂ ਘਰੇ ਆ ਕੇ ਉਹ ਇਹ ਸਾਰੀ ਗੱਲ ਹੈ ਜਿਹੜੀ ਉਹ ਤਾਰੋ ਨੂੰ ਦੱਸਦਾ। ਜਦੋਂ ਤਾਰੋ ਨੂੰ ਇਹ ਪਤਾ ਲੱਗਦਾ ਹੈ ਕਿ ਖੂਨ ਦੇਣ ਤੋਂ ਬਾਅਦ ਉਹਨੇ ਕੁਝ ਵੀ ਨਹੀਂ ਲਿਆ ਉਹਨਾਂ ਤੋਂ, ਤਾਂ ਉਹ ਬਹੁਤ ਜ਼ਿਆਦਾ ਰੋਂਦੀ ਹੈ। ਤਾਂ ਬੰਤਾ ਸੋਚਦਾ ਉਦੋਂ ਮੈਨੂੰ ਉਹਦਾ ਰੋਣਾ ਬਹੁਤ ਹੀ ਬੁਰਾ ਲੱਗਿਆ ਸੀ, ਭਲਾ ਇਹਦੇ ਵਿੱਚ ਰੋਣ ਵਾਲੀ ਕੀ ਗੱਲ ਸੀ। ਹੁਣ ਉਹ ਘਰ ਜਾ ਰਿਹਾ, ਤਾਰੋ ਬਾਰੇ ਸੋਚੀ ਜਾਂਦਾ। ਤਾਂ ਰਾਹ ਦੇ ਵਿੱਚ ਉਹਨੂੰ ਬੋਤਲ ਫੜੀ ਇੱਕ ਸ਼ਰਾਬੀ ਦਿਖਾਈ ਦਿੰਦਾ, ਜਿਹੜਾ ਜ਼ਬਰਦਸਤੀ ਉਹਦਾ ਰਿਕਸ਼ਾ ਰੋਕ ਲੈਂਦਾ, ਉੱਤੇ ਰੋਹਬ ਮਾਰਦਾ ਤੇ ਉਹਨੂੰ ਕਹਿੰਦਾ ਮੈਂ ਮਾਡਲ ਟਾਊਨ ਜਾਣਾ, ਮੈਂ ਇੰਸਪੈਕਟਰ ਹਾਂ। ਤਾਂ ਬੰਤਾ ਹੈ ਜਿਹੜਾ ਉਹ ਕਹਿੰਦਾ ਇਹੋ ਜਿਹੇ ਵਿਅਕਤੀਆਂ ਨਾਲ ਮੈਂ ਕਦੇ ਬਹੁਤੀ ਬਹਿਸ ਨਹੀਂ ਕੀਤੀ, ਕਿਉਂਕਿ ਨੁਕਸਾਨ ਹੀ ਹੁੰਦਾ। ਇੱਕ ਵਾਰ ਦਿਆਲਾ ਕਰ ਬੈਠਾ ਸੀ, ਨਾਲੇ ਤਾਂ ਉਹਦੇ ਕੁੱਟ ਪਈ, ਨਾਲੇ ਸਾਰੇ ਦਿਨ ਦੀ ਜਿਹੜੀ ਕਮਾਈ ਸੀਗੀ ਉਹ ਪੈਸੇ ਕਿਧਰੇ ਉਹਦੇ ਡਿੱਗ ਪਏ। ਪਰ ਨਾਲ ਹੀ ਉਹਨੂੰ ਉਸ ਇੰਸਪੈਕਟਰ ਦਾ ਰੋਹਬ ਮਾਰਨਾ ਚੰਗਾ ਨਹੀਂ ਲੱਗਦਾ। ਉਹ ਸੋਚਦਾ ਹੈ ਕਿ ਮੈਂ ਕਿਸੇ ਦੀ ਗੁਲਾਮੀ ਨਹੀਂ ਕਦੇ ਕੀਤੀ, ਇਸੇ ਲਈ ਤਾਂ ਮੈਂ ਪਿੰਡ ਛੱਡਿਆ ਸੀ। ਜਿੱਧਰ ਨੂੰ ਉਹ ਕਹੀ ਜਾਂਦਾ, ਬੰਤਾ ਜਿਹੜਾ ਉਹ ਰਿਕਸ਼ਾ ਉੱਧਰ ਉੱਧਰ ਲਈ ਜਾਂਦਾ। ਉਹਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਹੁੰਦੀ ਹੈ ਜਿਹੜੀ ਉਹਦੇ ਕੱਪੜਿਆਂ ਤੇ ਡੁੱਲਦੀ ਜਾਂਦੀ ਹੈ। ਤਾਂ ਗੱਲਾਂ ਕਰਦੇ ਕਰਦੇ ਉਹ ਬੰਤੇ ਦੇ ਮੂੰਹ ਨੂੰ ਵੀ ਉਹ ਬੋਤਲ ਲਾ ਦਿੰਦਾ। ਤਾਂ ਬੰਤਾ ਸੋਚਦਾ ਕਿ ਮੈਂ ਤਾਂ ਹੁਣ ਕਦੇ ਸ਼ਰਾਬ ਨਹੀਂ ਸੀ ਪੀਤੀ। ਇੱਕ ਵਾਰ ਮੀਂਹ 'ਚ ਬਹੁਤ ਜ਼ਿਆਦਾ ਭਿੱਜ ਗਿਆ ਸੀ, ਉਦੋਂ ਮੈਂ ਪਊਆ ਖਰੀਦਿਆ ਸੀ। ਤਾਂ ਤਾਰੋ ਨੇ ਘਰ ਦੇ ਵਿੱਚ ਪੂਰਾ ਕੋਹਰਾਮ ਮਚਾਤਾ ਸੀ। ਤਾਂ ਉਹ ਉਵੇਂ ਹੀ ਮੈਂ ਅਗਲੇ ਦਿਨ ਜਾ ਕੇ ਦੁਕਾਨਦਾਰ ਨੂੰ ਵਾਪਸ ਕਰਤਾ, ਖੋਲ੍ਹਿਆ ਵੀ ਨਹੀਂ ਸੀ। ਉਹਦੇ ਵੀ ਉਹਨੇ ਵਾਪਸ ਕਰਨ ਦੇ 4 ਆਨੇ ਕੱਟ ਲਏ ਸੀ। ਤਾਂ ਹੁਣ ਉਹ ਜਦੋਂ ਇੰਸਪੈਕਟਰ ਨੂੰ ਲੈ ਕੇ ਉਹਦੇ ਘਰ ਤੱਕ ਜਾਂਦਾ, ਤਾਂ ਇੰਸਪੈਕਟਰ ਚੁੱਪਚਾਪ ਆਪਦੇ ਘਰ ਦੇ ਵਿੱਚ ਵੜ ਜਾਂਦਾ, ਉਹਨੂੰ ਕੋਈ ਪੈਸਾ ਹੀ ਨਹੀਂ ਦਿੰਦਾ। ਬੰਤਾ ਹੈ ਜਿਹੜਾ ਥੋੜੀ ਦੇਰ ਤਾਂ ਰੁਕਦਾ, ਫਿਰ ਉਹ ਦਰਵਾਜ਼ਾ ਖੜਕਾਉਂਦਾ, ਕੋਈ ਬਾਹਰ ਨਹੀਂ ਆਉਂਦਾ, ਸਗੋਂ ਉੱਥੇ ਕੁੱਤਾ ਉਹਦੇ ਮਗਰ ਪੈ ਜਾਂਦਾ। ਤਾਂ ਉਹ ਭੱਜਦਾ ਜਦੋਂ ਉਹਦੀ ਜੁੱਤੀ ਵੀ ਉੱਥੇ ਹੀ ਰਹਿ ਜਾਂਦੀ ਹੈ। ਤਾਂ ਬੰਤਾ ਸੋਚਦਾ ਕਿ ਖਾਮ-ਖਾ ਨੁਕਸਾਨ ਹੋ ਗਿਆ, ਨਾਲੇ ਤਾਂ ਕੋਈ ਪੈਸੇ ਨਹੀਂ ਮਿਲੇ, ਨਾਲੇ ਇੰਨਾ ਸਮਾਂ ਖਰਾਬ ਹੋਇਆ। ਫਿਰ ਉਹ ਆਪਦੀ ਜ਼ਿੰਦਗੀ ਬਾਰੇ ਸੋਚਦਾ ਕਿ ਮੇਰੀ ਜ਼ਿੰਦਗੀ 'ਚ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕੋਈ ਸੁੱਖ ਨਹੀਂ। ਤਾਂ ਉਹ ਆਪਣੇ ਬਚਪਨ 'ਚ ਚਲਾ ਜਾਂਦਾ, ਸੋਚਦਾ ਕਿ ਲਾਹੌਰ ਤੋਂ ਆਪਣੇ ਪਿਤਾ ਦੇ ਨਾਲ ਉਹ ਆਇਆ ਸੀ। ਤਾਂ ਉਹ ਕੈਂਪ 'ਚ ਕਈ ਦਿਨ ਰੁਕੇ ਸੀ, ਉੱਥੇ ਕੈਂਪ ਦੇ ਵਿੱਚ ਹੀ ਰੋਟੀ ਮਿਲਦੀ ਸੀ। ਫਿਰ ਉਹ ਪਿੰਡ 'ਚ ਆ ਗਏ, ਉਹ ਉਹਨਾਂ ਦੇ ਚੰਗੇ ਦਿਨ ਸੀ, ਉਹ ਮਿਹਨਤ ਕਰਦੇ ਸੀ, ਰਜਮੀ ਰੋਟੀ ਖਾਂਦੇ ਸੀ। ਫਿਰ ਹੌਲੀ ਹੌਲੀ ਜ਼ਮੀਨਾਂ ਦੇ ਆਲੇ ਦੇ ਜਿਹੜੇ ਮਾਲਕ ਹੈ ਉਹਨਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਉਣ ਲੱਗ ਗਈ, ਹਾਲਾਤ ਹੈ ਜਿਹੜੇ ਉਹ ਬਦਲ ਗਏ। ਤਾਂ ਉਹਦੇ ਪਿਤਾ ਦੇ ਸਿਰ ਕਰਜ਼ਾ ਚੜ੍ਹ ਗਿਆ, ਉਦੋਂ ਤੋਂ ਘਰ ਦੇ ਵਿੱਚੋਂ ਗਰੀਬੀ ਅੱਜ ਤੱਕ ਨਹੀਂ ਗਈ। ਉਹ ਕਹਿੰਦਾ ਮੈਂ ਪਿੰਡ ਛੱਡਿਆ, ਪਿੰਡ ਛੱਡ ਕੇ ਸ਼ਹਿਰ ਆ ਗਿਆ, ਫਿਰ ਵੀ ਮੇਰੀ ਗਰੀਬੀ ਨੇ ਮੇਰਾ ਖਹਿੜਾ ਨਹੀਂ ਛੱਡਿਆ। ਇਹਨਾਂ ਸੋਚਾਂ ਦੇ ਵਿੱਚ ਹੀ ਉਹ ਆਪਣੇ ਘਰ ਚਲਾ ਜਾਂਦਾ। ਘਰ ਦੇ ਵਿੱਚ ਦਰਵਾਜ਼ਾ ਖੜਕਾਉਂਦਾ, ਤਾਰੋ ਦਰਵਾਜ਼ਾ ਖੋਲ੍ਹਦੀ ਹੈ ਤਾਂ ਉਹ ਰੋਟੀ ਖਾਣ ਲੱਗ ਜਾਂਦਾ। ਅੱਜ ਤਾਰੋ ਨੇ ਮਾਂਹ ਦੀ ਦਾਲ ਬਣਾਈ ਹੈ, 4 ਰੋਟੀਆਂ ਖਾਂਦਾ ਉਹ, ਨਾਲ ਅਚਾਰ ਵੀ ਹੈ। ਤਾਂ ਉਹ ਸੋਚਦਾ ਹੈ ਕਿ ਅਚਾਰ ਹੈ ਜਿਹੜਾ ਉਹ ਤਾਰੋ ਜਿਨ੍ਹਾਂ ਦੇ ਘਰੇ ਕੰਮ ਕਰਦੀ ਹੈ ਉਹਨਾਂ ਤੋਂ ਲਿਆਈ ਹੋਊਗੀ। ਉਹਦੀਆਂ ਕੁੜੀਆਂ ਸੌਂ ਚੁੱਕੀਆਂ ਹੁੰਦੀਆਂ, ਫੁੰਮਣ ਹਜੇ ਜਾਗਦਾ, ਉਹ ਪੈਸੇ ਕੱਢ ਕੇ ਫੜਾ ਦਿੰਦਾ ਤਾਰੋ ਨੂੰ। ਤਾਂ ਤਾਰੋ ਵੀ ਖੁਸ਼ ਹੋ ਜਾਂਦੀ ਹੈ ਕਿਉਂਕਿ ਅੱਜ ਉਹਨੂੰ ਚੰਗੀ ਕਮਾਈ ਹੋਈ ਹੈ। ਹੁਣ ਫੁੰਮਣ ਹੈ ਜਿਹੜਾ ਉਹ ਭਾਨ ਗਿਣਨ ਲੱਗ ਜਾਂਦਾ। ਗੱਲਾਂ ਬਾਤਾਂ ਦੇ ਵਿੱਚ ਹੀ ਉਹ ਫੁੰਮਣ ਨੂੰ ਦੱਸਦਾ ਹੈ ਕਿ ਅੱਜ ਨਵਾਂ ਸਾਲ ਹੈ, ਨਵੇਂ ਸਾਲ ਵਾਲੇ ਦਿਨ ਸਾਰੇ ਲੋਕ ਮੌਜਾਂ ਕਰਦੇ ਹੈ, ਨੱਚਦੇ ਹੈ, ਚੰਗਾ ਖਾਂਦੇ ਪੀਂਦੇ ਹੈ। ਤਾਂ ਫੁੰਮਣ ਹੈ ਜਿਹੜਾ ਉਹ ਬੰਤੇ ਨੂੰ ਪੁੱਛਦਾ ਹੈ ਕਿ ਫਿਰ ਆਪਾਂ ਇਹ ਸਾਰਾ ਕੁਝ ਕਿਉਂ ਨਹੀਂ ਕਰਦੇ। ਤਾਂ ਬੰਤਾ ਕਹਿੰਦਾ ਹੈ ਕਿ ਇਹ ਆਪਣੇ ਲਈ ਨਹੀਂ ਹੈ, ਇਹ ਵੱਡੇ ਲੋਕਾਂ ਲਈ ਹੈ। ਤਾਂ ਇਹੀ ਗੱਲਾਂ ਸੋਚਦੇ ਬੰਤੇ ਦੇ ਦਿਮਾਗ ਦੇ ਵਿੱਚ ਆਉਂਦਾ ਹੈ। ਉਹ ਤਾਰੋ ਨੂੰ ਕਹਿੰਦਾ
ਕਿ ਹੋ ਸਕਦਾ ਹੌਲੀ ਹੌਲੀ ਇਹ ਰਿਕਸ਼ੇ ਆ ਜਿਹੜੇ ਉਹ ਖਤਮ ਹੀ ਹੋ ਜਾਣ। ਤਾਂ ਤਾਰੋ ਸੋਚਦੀ ਹੈ, ਬੰਤੇ ਨੂੰ ਕਹਿੰਦੀ ਹੈ ਕਿ ਜੇ ਰਿਕਸ਼ੇ ਖਤਮ ਹੋ ਗਏ ਫਿਰ ਬੰਦਾ ਕਾਹਦੇ ਤੇ ਜਾਇਆ ਕਰੂਗਾ, ਸਾਰੇ ਲੋਕਾਂ ਕੋਲ ਤਾਂ ਕਾਰਾਂ ਹੋ ਨਹੀਂ ਸਕਦੀਆਂ। ਤਾਂ ਬੰਤਾ ਕਹਿੰਦਾ ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਇੰਨੀਆਂ, ਪਰ ਇਹ ਰਿਕਸ਼ਾ ਤਾਂ ਮੁੱਕ ਜਾਏ ਇੱਕ ਵਾਰੀ। ਕੱਲਾ ਬੰਦਾ ਜਦੋਂ ਦੋ ਜਣਿਆਂ ਨੂੰ ਖਿੱਚਦਾ ਹੈ ਤਾਂ ਜਾਨ ਬਾਹਰ ਆਉਣ ਨੂੰ ਕਰਦੀ ਹੈ। ਅਸਲ ਦੇ ਵਿੱਚ ਉਹਨੂੰ ਰਿਕਸ਼ਾ ਇਸ ਲਈ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਫੁੰਮਣ ਦੇ ਭਵਿੱਖ ਬਾਰੇ ਸੋਚਦਾ ਹੈ। ਉਹ ਸੋਚਦਾ ਹੈ ਕਿ ਫੁੰਮਣ ਹੈ ਜਿਹੜਾ ਉਹ ਪੜ੍ਹ ਲਿਖ ਕੇ ਬਹੁਤ ਵੱਡੀ ਨੌਕਰੀ ਤੇ ਲੱਗੂਗਾ, ਮੈਂ ਇਹਦੀ ਪੜ੍ਹਾਈ 'ਚ ਕੋਈ ਕਸਰ ਨਹੀਂ ਛੱਡਣੀ। ਜਿਵੇਂ ਮੈਨੂੰ ਪੜ੍ਹਾਈ ਛੱਡਣੀ ਪੈ ਗਈ ਸੀ ਵਿੱਚ, ਫੁੰਮਣ ਨੂੰ ਆਪਣੀ ਪੜ੍ਹਾਈ ਵਿੱਚ ਨਹੀਂ ਛੱਡਣੀ ਪੈਣੀ। ਇਹ ਜਿੰਨਾ ਮਰਜ਼ੀ ਪੜ੍ਹੇ, ਇਹ ਕਦੇ ਇਹੋ ਜਿਹਾ ਕੰਮ ਨਹੀਂ ਕਰੂਗਾ। ਇਹਦੇ ਕੋਲ ਵੀ ਆਪਣੀ ਕਾਰ ਹੋਊਗੀ, ਇਹ ਕਾਰ ਤੇ ਆਇਆ ਜਾਇਆ ਕਰੂਗਾ, ਕਦੇ ਰਿਕਸ਼ੇ ਦੇ ਵਿੱਚ ਨਹੀਂ ਬੈਠੂਗਾ। ਨਾ ਰਿਕਸ਼ਾ ਚਲਾਉਣਾ ਤਾਂ ਦੂਰ ਦੀ ਗੱਲ ਹੈ। ਤਾਂ ਤਾਰੋ ਹੈ ਜਿਹੜੀ ਉਹਨੂੰ ਇਉਂ ਲੱਗਦਾ ਕਿ ਬੰਤਾ ਹੈ ਜਿਹੜਾ ਉਹ ਐਵੇਂ ਹੀ ਲੈਕਚਰ ਦੇਈ ਜਾਂਦਾ, ਉਹਦੀਆਂ ਗੱਲਾਂ ਸੁਣ ਸੁਣ ਕੇ ਉਹ ਹੱਸਦੀ ਹੈ। ਤਾਂ ਬੰਤੇ ਦੀਆਂ ਪਤਲੀਆਂ ਲੱਤਾਂ ਤੇ ਉਹ ਮਜ਼ਾਕ ਵੀ ਕਰਦੀ ਹੈ, ਪਰ ਨਾਲ ਹੀ ਸੋਚਦੀ ਹੈ ਕਿ ਇਹਨਾਂ ਦੇ ਸਿਰ ਤੇ ਤਾਂ ਸਾਰਾ ਘਰ ਹੈ ਜਿਹੜਾ ਉਹ ਚੱਲ ਰਿਹਾ। ਬੰਤੇ ਨੂੰ ਕਹਿੰਦੀ ਹੈ ਕਿ ਅੱਜ ਚੰਗੀ ਕਮਾਈ ਹੋਈ ਹੈ, ਤੂੰ ਪਾ ਡੇਢ ਪਾ ਘਿਓ ਲਿਆ ਦੇਸੀ, ਆਪਦੀ ਸਿਹਤ ਦਾ ਧਿਆਨ ਰੱਖ। ਪਰ ਬੰਤਾ ਹੈ ਜਿਹੜਾ ਉਹਨੂੰ ਤਾਰੋ ਦਾ ਜ਼ਿਆਦਾ ਫਿਕਰ ਹੈ, ਕਿਉਂਕਿ ਪਿਛਲੀ ਵਾਰ ਜਦੋਂ ਤਾਰੋ ਬਿਮਾਰ ਹੋ ਗਈ ਸੀ ਤਾਂ ਡਾਕਟਰਨੀ ਨੇ ਕਿਹਾ ਸੀ ਕਿ ਇਹਨੇ ਮਰ ਜਾਣਾ, ਨਹੀਂ ਤਾਂ ਇਹਦੇ ਇਹ ਟੀਕੇ ਲਵਾਓ। ਉਹ ਟੀਕੇ ਅੱਜ ਤੱਕ ਨਹੀਂ ਸੀ ਲਵਾ ਸਕਿਆ ਉਹ ਤਾਰੋ ਦੇ। ਜਦੋਂ ਵੀ ਉਹਨੂੰ ਟੀਕੇ ਲਵਾਉਣ ਲਈ ਕਹਿੰਦਾ, ਤਾਰੋ ਘਰ ਦੀ ਕੋਈ ਹੋਰ ਲੋੜ ਅੱਗੇ ਲੈ ਆਉਂਦੀ ਕਿ ਇਹ ਲੋੜ ਪੂਰੀ ਹੋ ਜਾਵੇ, ਪਹਿਲਾਂ ਇਹ ਜ਼ਿਆਦਾ ਜ਼ਰੂਰੀ ਹੈ। ਤਾਂ ਦੋਨਾਂ ਨੂੰ ਇੱਕ ਦੂਜੇ ਦੀ ਸਿਹਤ ਦਾ ਫਿਕਰ ਹੈ, ਇੱਕ ਦੂਜੇ ਦੀ ਸਿਹਤ ਦੀ ਚਿੰਤਾ ਹੈ, ਪਰ ਉਹ ਗਰੀਬੀ ਦੇ ਕਾਰਨ, ਮਾੜੇ ਹਾਲਾਤਾਂ ਦੇ ਕਾਰਨ ਕੁਝ ਨਹੀਂ ਕਰ ਸਕਦੇ। ਤਾਂ ਗੱਲਾਂ ਕਰਦੇ ਕਰਦੇ ਬੰਤਾ ਤਾਰੋ ਨੂੰ ਕਹਿੰਦਾ ਕਿ ਤੂੰ ਮਾਸਟਰਾਂ ਦੇ ਕੰਮ ਕਰਨਾ ਛੱਡ ਦੇ, ਮੈਨੂੰ ਚੰਗਾ ਨਹੀਂ ਲੱਗਦਾ ਤੂੰ ਉਹਨਾਂ ਦੇ ਘਰੇ ਭਾਂਡੇ ਮਾਂਜਣ ਜਾਂਦੀ ਹੈ। ਤਾਂ ਤਾਰੋ ਕਹਿੰਦੀ ਹੈ ਕੀ ਹੋਇਆ ਫਿਰ, ਮੇਰੇ ਹੱਥ ਤਾਂ ਨਹੀਂ ਘਸ ਚੱਲੇ, ਮਾਸਟਰਨੀ ਵੀ ਪੜ੍ਹਾ ਲੈਂਦੀ ਹੈ ਟਿਊਸ਼ਨਾਂ, ਸਭੋ ਹੀ ਕੰਮ ਕਰਦੇ ਆ ਇਸ ਜ਼ਮਾਨੇ 'ਚ। ਤਾਂ ਇਹ ਤਾਰੋ ਦੀ ਗੱਲ ਸੁਣ ਕੇ ਬੰਤਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਫਿਰ ਉਹਨੂੰ ਕਿਉਂ ਨਾ ਆਪਾਂ ਕਹੀਏ ਕਿ ਉਹ ਫੁੰਮਣ ਨੂੰ ਵੀ ਪੜ੍ਹਾ ਦਿਆ ਕਰੇ। ਜੇ ਫੁੰਮਣ ਚੰਗਾ ਪੜ੍ਹ ਲਿਖ ਗਿਆ ਤਾਂ ਉਹਦੀ ਜ਼ਿੰਦਗੀ ਸੰਵਰ ਜੂ। ਤਾਂ ਨਾਲ ਹੀ ਤਾਰੋ ਹੈ ਜਿਹੜੀ ਉਹ ਕਹਿੰਦੀ ਹੈ ਕਿ ਉਹ ਤਾਂ ਬਹੁਤ ਪੈਸੇ ਲੈਂਦੀ ਹੈ, 25 ਰੁਪਏ ਲੈਂਦੀ ਹੈ। ਤਾਂ ਬੰਤਾ ਹੈ ਜਿਹੜਾ ਉਹ ਕਹਿੰਦਾ ਮੈਂ ਵੀ ਦੇ ਦਿਉ 25 ਰੁਪਏ, ਲੈਕ ਬਣਾਉਣਾ ਮੈਂ ਆਪਣੇ ਪੁੱਤਰ ਨੂੰ, ਰੋਜ਼ ਦਾ 1 ਰੁਪਈਆ ਦੇ ਆਇਆ ਕਰੂੰ ਸ਼ਾਮ ਨੂੰ, ਹੋਰ ਦੱਸ। ਪਰ ਤਾਰੋ ਹੈ ਜਿਹੜੀ ਉਸਦੀ ਹਰ ਗੱਲ ਹੈ ਜਿਹੜੀ ਉਸਨੂੰ ਮਜ਼ਾਕ ਦੇ ਵਿੱਚ ਹੀ ਲੈਂਦੀ ਹੈ। ਉਹ ਤਾਰੋ ਦੇ ਨਾਲ ਨਵੇਂ ਸਾਲ ਬਾਰੇ ਕੋਈ ਗੱਲ ਕਰਨੀ ਚਾਹੁੰਦਾ ਹੈ ਕਿ ਅੱਜ ਨਵਾਂ ਸਾਲ ਹੈ, ਕੋਈ ਉਸ ਤਰ੍ਹਾਂ ਦੀ ਅਸੀਂ ਆਪਸ ਦੇ ਵਿੱਚ ਗੱਲਬਾਤ ਕਰੀਏ ਕਿ ਘਰ ਦੇ ਵਿੱਚ ਕੋਈ ਖੁਸ਼ੀ ਆਵੇ, ਸਾਡੇ ਹਾਲਾਤ ਬਦਲਣ। ਪਰ ਤਾਰੋ ਹੈ ਜਿਹੜੀ ਉਹਨੇ ਆਪਣੇ ਆਪ ਹੀ ਇੰਨੀ ਉਹਦੀ ਸੋਝੀ ਹੈ, ਉਹਨੇ ਅੰਦਾਜ਼ਾ ਲਾਇਆ ਹੋਇਆ ਕਿ ਇਹ ਹਾਲਾਤ ਹੈ ਜਿਹੜੇ ਉਹ ਕਦੇ ਵੀ ਨਹੀਂ ਬਦਲਣੇ। ਇਹ ਨਵਾਂ ਸਾਲ ਹੈ ਜਿਹੜਾ ਉਹ ਸੋਚਦੀ ਹੈ ਉਹ ਕਿ ਦੂਜੇ ਲੋਕਾਂ ਲਈ ਹੈ, ਆਪਣੇ ਲਈ ਨਹੀਂ ਹੈ, ਆਪਾਂ ਕੁਛ ਨਹੀਂ ਕਰ ਸਕਦੇ। ਤਾਂ ਬੰਤੇ ਨੂੰ ਉਹਦੀ ਇਹ ਗੱਲ ਚੰਗੀ ਨਹੀਂ ਲੱਗਦੀ। ਉਹ ਕਹਿੰਦਾ ਕਿਉਂ ਆਪਾਂ ਨਹੀਂ ਕੁਝ ਲੈ ਸਕਦੇ, ਆਪਾਂ ਕਿਹਦੇ ਕੋਲੋਂ ਘੱਟ ਹੈ, ਕੀ ਨਹੀਂ ਸਾਡੇ ਕੋਲ, ਹੱਥ ਨਹੀਂ ਕਿ ਪੈਰ ਨਹੀਂ, ਆਪਣਾ ਵੀ ਓਨਾ ਹੀ ਹੈ ਨਵਾਂ ਸਾਲ ਜਿੰਨੇ ਕਿਸੇ ਹੋਰ ਦਾ। ਉਹ ਬਿਸਤਰੇ ਤੇ ਪਿਆ ਤਾਰੋ ਨੂੰ ਕਹਿੰਦਾ ਹੈ ਕਿ ਤਾਰੋ ਤੂੰ ਇੱਕ ਵਾਰ ਤਾਂ ਕਹਿ ਦੇ ਕਿ ਨਵਾਂ ਸਾਲ ਮੁਬਾਰਕ। ਤਾਰੋ ਉਹਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੀ, ਸੌਂ ਜਾਂਦੀ ਹੈ। ਤਾਂ ਬੰਤਾ ਹੈ ਜਿਹੜਾ ਉਹ ਆਪ ਵੀ ਸੋਚਦਾ ਹੈ ਕਿ ਬਹੁਤ ਦੇਰ ਹੋ ਗਈ, 11 ਵੱਜ ਗਏ, ਮੈਨੂੰ ਵੀ ਹੁਣ ਸੌਂ ਜਾਣਾ ਚਾਹੀਦਾ ਕਿਉਂਕਿ ਸਵੇਰੇ 6 ਵਜੇ ਫਿਰ ਮੈਂ ਸਟੇਸ਼ਨ ਤੇ ਜਾਣਾ, ਕਾਲਕਾ ਮੇਲ ਦੀਆਂ ਸਵਾਰੀਆਂ ਚੱਕਣੀਆਂ। ਤਾਂ ਇਸ ਤਰ੍ਹਾਂ ਬੱਚਿਓ ਇਹ ਨਾਵਲ ਹੈ ਜਿਹੜਾ ਇੱਥੇ ਖਤਮ ਹੋ ਜਾਂਦਾ ਹੈ। ਤਾਂ ਇਸ ਨਾਵਲ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਬੰਤਾ ਹੈ ਜਿਹੜਾ ਉਹ ਨਵੇਂ ਸਾਲ ਦਾ ਆਪਣਾ ਪਹਿਲਾ ਦਿਨ ਹੈ ਕਿਵੇਂ ਬਿਤਾਉਂਦਾ ਹੈ, ਕੀ ਸੋਚਦਾ ਹੈ ਆਪਣੇ ਹਾਲਾਤਾਂ ਬਾਰੇ, ਦੇਸ਼ ਬਾਰੇ,
ਆਪਣੇ ਬੱਚਿਆਂ ਬਾਰੇ, ਆਪਣੇ ਪਰਿਵਾਰ ਬਾਰੇ, ਤਾਂ ਉਹਦੀਆਂ ਸੋਚਾਂ ਦੇ ਰਾਹੀਂ ਸਾਨੂੰ ਇੱਕ ਗਰੀਬ ਵਿਅਕਤੀ ਦੀ ਜ਼ਿੰਦਗੀ, ਉਸ ਦੇ ਹਾਲਾਤ ਪਤਾ ਲੱਗਦੇ ਹੈ। ਪਰ ਨਾਲ ਹੀ ਸਾਨੂੰ ਇਸ ਗੱਲ ਦੀ ਪ੍ਰੇਰਨਾ ਵੀ ਮਿਲਦੀ ਹੈ ਕਿ ਬੰਤਾ ਹੈ ਜਿਹੜਾ ਉਹ ਕਿਤੇ ਵੀ ਜ਼ਿੰਦਗੀ ਦੇ ਵਿੱਚ ਉਦਾਸ ਨਹੀਂ ਹੁੰਦਾ। ਠੀਕ ਹੈ ਕਿ ਹਾਲਾਤ ਹੈ ਜਿਹੜੇ ਉਹਦੇ ਅੱਜ ਬਹੁਤੇ ਚੰਗੇ ਨਹੀਂ, ਪਰ ਉਹ ਹਾਰ ਨਹੀਂ ਮੰਨਦਾ। ਉਹ ਕੋਈ ਵੀ ਆਪਣੇ ਆਪ ਦੇ ਵਿੱਚ ਔਗਣ ਧਾਰਨ ਨਹੀਂ ਕਰਦਾ। ਚੰਗੇ ਗੁਣ ਹੈ ਜਿਹੜੇ, ਜਿਵੇਂ ਕਿਰਤ ਕਰਨਾ, ਮਿਹਨਤ ਕਰਨੀ, ਸੱਚ ਬੋਲਣਾ, ਇਮਾਨਦਾਰੀ, ਇਹਨਾਂ ਦਾ ਪੱਲਾ ਉਹ ਸਾਰੇ ਨਾਵਲ ਦੇ ਵਿੱਚ ਕਿਤੇ ਵੀ ਨਹੀਂ ਛੱਡਦਾ।